ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦਾ ਹਫ਼ਤਾਵਾਰੀ ਪ੍ਰੋਗਰਾਮ ਸਿੱਖ ਫਿਲਾਸਫੀ ਦੇ ਉੱਤੇ, ਜਿਸ ਵਿੱਚ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਅਵਤਾਰ ਸਿੰਘ ਜੀ ਹਰ ਹਫ਼ਤੇ ਆਪਾਂ ਨੂੰ ਬੜੇ ਹੀ ਸੱਜੇ ਸੁਝਾਅ ਦਿੰਦੇ ਨੇ, ਗੁਰੂ ਨਾਲ ਜੋੜਨ ਵਾਲੇ ਗੁਰਮਤਿ ਦੇ ਸੁਝਾਅ ਦਿੰਦੇ ਨੇ ਅਤੇ ਇਸੇ ਤਰ੍ਹਾਂ ਅੱਜ ਵੀ ਆਪਣੇ ਨਾਲ ਜੁੜੇ ਨੇ। ਪਹਿਲਾਂ ਸਭ ਤੋਂ ਭਾਈ ਸਾਹਿਬ ਨੂੰ ਫਤਿਹ ਬੁਲਾਉਂਦੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਹਫ਼ਤੇ ਪ੍ਰੋਗਰਾਮ ਸ਼ੁਰੂ ਕੀਤਾ ਸੀ ਤੇ ਬੇਨਤੀ ਕੀਤੀ ਸੀ ਕਿ ਕਿਉਂਕਿ ਜਦੋਂ ਸਿੱਧ ਗੋਸ਼ਟ ਕੀਤਾ ਉਸ ਤੋਂ ਬਾਅਦ ਜੋ ਕੁਝ ਸਵਾਲ ਜਾਂ ਕਿਸੇ ਨੇ ਮੰਗ ਕੀਤੀ ਕਿ ਹਉਮੈ ਦੇ ਉੱਤੇ ਪ੍ਰੋਗਰਾਮ ਕੁਝ ਹੋਰ ਚਾਨਣਾ ਪਾਇਆ ਜਾਵੇ, ਉਸ ਨੂੰ ਲੈ ਕੇ ਪਿਛਲੇ ਹਫ਼ਤੇ ਪ੍ਰੋਗਰਾਮ ਸ਼ੁਰੂ ਕੀਤਾ ਸੀ ਕਿ ਹਉਮੈ ਹੈ ਕੀ, ਕਿਹੜੀ ਚੀਜ਼ ਹੈ ਹਉਮੈ, ਕਹਿੰਦੇ ਕਿਹਨੂੰ ਨੇ, ਕਿੱਥੋਂ ਉਪਜਦੀ ਹੈ ਅਤੇ ਇਹਦਾ ਸਾਰਾ ਪੱਖ ਵਿੱਚ ਹੀ ਭਾਈ ਸਾਹਿਬ ਜੀ ਨੇ ਸਿੱਖ ਇਤਿਹਾਸ ਨਾਲ ਜੁੜੀਆਂ ਕੁਝ ਐਗਜ਼ਾਮਪਲਾਂ ਦੇ ਕੇ ਵੀ ਆਪਾਂ ਨੂੰ ਸੁਣਾਇਆ ਸੀ ਅਤੇ ਅੱਜ ਉਸ ਤੋਂ ਅਗਾਂਹ ਚੱਲਣਾ ਹੈ। ਤੇ ਇੱਕ ਮੈਨੂੰ ਭਾਈ ਸਾਹਿਬ ਜੀ ਪੁੱਛਿਆ ਗਿਆ ਸੀ ਕਿ ਆਪਾਂ ਗੱਲ ਕੀਤੀ ਸੀ ਹਉਮੈ ਦੀ ਤੇ ਤ੍ਰਿਸ਼ਨਾ ਦੀ। ਉਸ ਜੀ ਨੇ ਥੋੜ੍ਹਾ ਪੁੱਛਿਆ ਸੀ ਕਿ ਉਹ ਤੁਸੀਂ ਥੋੜ੍ਹਾ ਜਿਹਾ ਵਿਸਥਾਰ ਨਾਲ ਹੋਰ ਦੱਸਣਾ ਕਿ ਤ੍ਰਿਸ਼ਨਾ, ਕਿਉਂਕਿ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਇਹ ਵੀ ਆਖਿਆ ਹੈ ਕਿ ਤ੍ਰਿਸ਼ਨਾ ਵੱਡਾ ਰੋਗ ਲੱਗਾ, ਇੱਧਰ ਹਉਮੈ ਦੀਰਘ ਰੋਗ ਹੈ। ਤੇ ਇਹਦੇ ਵਿੱਚ ਕੀ ਫਰਕ ਹੈ? ਤ੍ਰਿਸ਼ਨਾ ਜਿਹੜੀ ਕਿ ਸਹਿਸ ਖੱਟੇ ਲੱਖ ਕੌੜ ਤਾਵੈ, ਉਹ ਹੈ ਤ੍ਰਿਸ਼ਨਾ। ਥੋੜਾ ਜਿੰਨਾ ਵੀ ਹੈਗਾ ਉਹ ਤੋਂ ਹੋਰ ਪਾਉਣ ਦੀ ਜੇ 100 ਆ ਗਿਆ 1000 ਲੱਖ, ਮਨ ਹੋਰ ਮੰਗਾਂ ਕਰਦਾ ਹੈ, ਗਾਂਹ ਤੋਂ ਗਾਂਹ ਤੁਰੇ ਜਾਣਾ, ਇਹ ਤ੍ਰਿਸ਼ਨਾ। ਤੇ ਹਉਮੈ ਜੋ ਹੈ ਉਹ ਪਾ ਕੇ ਬਸ ਐਡਾ ਉੱਚਾ ਹੋਣਾ ਕਿ ਮੇਰੇ ਤੋਂ ਵੱਡਾ ਕੋਈ ਨਹੀਂ, ਬਸ ਮੈਂ। ਹਉਮੈ ਦਾ ਇਹ ਦੀਰਘ ਰੋਗ ਹੈ ਕਿ ਬਸ ਮੈਂ ਆ ਸਭ ਕੁਛ, ਜੋ ਮੇਰੇ ਕੋਲ ਹੈਗਾ ਹੋਰ ਕਿਸੇ ਕੋਲ ਹੈ ਨਹੀਂ। ਤੇ ਉਹ ਹਉਮੈ ਦੇ ਰੋਗ ਦੇ ਵਿੱਚ ਗ੍ਰਸਿਆ ਹੀ ਬੰਦਾ ਸਾਰਾ ਜੀਵਨ ਇਸੇ ਤਰ੍ਹਾਂ ਮੈਂ ਕਰਦਾ ਬਤੀਤ ਕਰ ਦਿੰਦਾ। ਤੇ ਭਾਈ ਸਾਹਿਬ ਜੀ ਆਪਾਂ ਸ਼ੁਰੂ ਕਰਦੇ ਹਾਂ। ਥੋੜਾ ਜਿਹਾ ਮੈਂ ਬੇਨਤੀ ਕਰਾਂਗਾ ਤੁਹਾਨੂੰ ਕਿ ਕਈ ਨਵੇਂ ਸਰੋਤੇ ਜੁੜਦੇ ਨੇ ਤੇ ਉਹਨਾਂ ਵਾਸਤੇ ਥੋੜੀ ਜਿਹੀ ਰੀਕੈਪ ਕਰ ਲਓ। ਸਾਨੂੰ ਇਹ ਦੱਸੋ ਕਿ ਹਉਮੈ ਦਾ ਰੋਗ, ਇਹਦਾ ਮਤਲਬ ਕੀ ਹੈ, ਕਿੱਥੋਂ ਪ੍ਰਗਟ ਹੁੰਦਾ ਹੈ, ਕਿੱਥੋਂ ਪੁੱਜਦਾ ਹੈ, ਤੇ ਉਸ ਤੋਂ ਬਾਅਦ ਆਪਾਂ ਪਹੁੰਚਾਂਗੇ ਕਿ ਇਹਨੂੰ ਮਿਟਾਇਆ ਕਿੱਦਾਂ ਜਾ ਸਕਦਾ ਹੈ। ਜੀ ਬਹੁਤ ਧੰਨਵਾਦ ਡਾਕਟਰ ਸਾਹਿਬ। ਹਉਮੈ ਦਾ ਜਿਹੜਾ ਰੋਗ ਹੈ, ਇਹ ਜਦੋਂ ਮਨੁੱਖ ਇਹ ਮਹਿਸੂਸ ਕਰ ਲੈ ਕਿ ਮੇਰੀ ਇੱਕ ਆਪਣੀ ਹੋਂਦ ਹੈ, ਜਦੋਂ ਉਹ ਪਰਮਾਤਮਾ ਨਾਲ ਪਏ ਹੋਏ ਵਿਛੋੜੇ ਨੂੰ ਸਵੀਕਾਰ ਕਰ ਲੈ ਤੇ ਪਰਮਾਤਮਾ ਨਾਲ ਪਏ ਹੋਏ ਵਿਛੋੜੇ ਨੂੰ ਦੂਰ ਕਰਨ ਵਾਸਤੇ ਯਤਨ ਨਾ ਕਰੇ, ਬਲਕਿ ਉਸ ਵਿਛੋੜੇ ਨੂੰ ਹੋਰ ਵਧਾਉਣ ਵਾਸਤੇ ਹੋਰ ਉਦਮ ਕਰਦਾ ਰਹੇ। ਸਾਡਾ ਜੀਵਨ ਦਾ ਮਕਸਦ ਗੁਰੂ ਸਾਹਿਬਾਂ ਨੇ ਸਾਨੂੰ ਦੱਸਿਆ ਕਿ ਅਸੀਂ ਆਪਣੇ ਇਸ ਜੀਵਨ ਦੇ ਵਿੱਚ ਵਾਹਿਗੁਰੂ ਦੇ ਨਾਲ ਇੱਕਮਿਕ ਹੋਣਾ ਹੈ। ਤੇ ਜਦੋਂ ਵਾਹਿਗੁਰੂ ਦੇ ਨਾਲ ਇੱਕਮਿਕ ਹੋਣਾ ਹੋਵੇ ਤਾਂ ਫਿਰ ਆਪਣੀ ਜਿਹੜੀ ਸੋਚ ਹੈ ਜਾਂ ਆਪਣੀ ਜਿਹੜੀ ਹੋਂਦ ਹੈ ਉਹ ਮਾਈਨਸ ਕਰਨੀ ਪੈਂਦੀ ਹੈ, ਖਤਮ ਕਰਨੀ ਪੈਂਦੀ ਹੈ। ਆਪਣੀ ਐਗਜ਼ਿਸਟੈਂਸ ਨੂੰ ਖਤਮ ਕਰਕੇ ਵਾਹਿਗੁਰੂ ਦੀ ਐਗਜ਼ਿਸਟੈਂਸ ਦਾ ਹਿੱਸਾ ਬਣਨਾ, ਤੇ ਵਾਹਿਗੁਰੂ ਦੀ ਐਗਜ਼ਿਸਟੈਂਸ ਦਾ ਹਿੱਸਾ ਬਣਨ ਤੋਂ ਜਿਹੜੀ ਰੁਕਾਵਟ ਬਣਦੀ ਹੈ ਉਹ ਹਉਮੈ ਹੈ। ਜੇ ਇਹਨੂੰ ਛੋਟੇ ਲਫ਼ਜ਼ਾਂ ਦੇ ਵਿੱਚ ਡਿਫਾਈਨ ਕਰਨਾ ਹੋਵੇ ਨਾ ਡਾਕਟਰ ਸਾਹਿਬ, ਤੇ ਮੈਨੂੰ ਇੱਦਾਂ ਲੱਗਦਾ ਹੈ ਕਿ ਗੁਰਮਤਿ ਦਾ ਜਿਹੜਾ ਸਾਰਾ ਮਾਰਗ ਹੈ ਉਹ ਮੈਂ ਤੋਂ ਚੱਲ ਕੇ ਤੂੰ ਤੱਕ ਪਹੁੰਚਣ ਦਾ ਰਸਤਾ ਹੈ। ਤੂੰ ਵਾਹਿਗੁਰੂ, ਕੋਈ ਥਰਡ ਪਰਸਨ ਨਹੀਂ। ਮੈਂ ਆਪਣੇ ਆਪ ਤੋਂ ਤੁਰ ਕੇ ਆਪਣੇ ਆਪ ਨੂੰ ਖਤਮ ਕਰਕੇ ਤੂੰ ਦੇ ਵਿੱਚ ਪੂਰਨ ਤੌਰ ਦੇ ਉੱਤੇ ਲੀਨ ਹੋਣਾ ਹੈ। ਇਹ ਸਾਡੀ ਜ਼ਿੰਦਗੀ ਦਾ ਮਕਸਦ ਹੈ। ਤੇ ਜਦੋਂ ਮਨੁੱਖ ਹਉਮੈ ਦੇ ਵਿੱਚ ਜਿਵੇਂ ਗ੍ਰਸਿਆ ਜਾਂਦਾ, ਖੁੱਭਿਆ ਜਾਂਦਾ ਗਾਂਹ ਦੀ ਗਾਂਹ, ਜਿਵੇਂ ਤ੍ਰਿਸ਼ਨਾ ਦੀ ਤੁਸੀਂ ਗੱਲ ਕੀਤੀ ਹੈ, ਤ੍ਰਿਸ਼ਨਾ ਵੀ ਇਸੇ ਤਰ੍ਹਾਂ ਹੀ ਹੈ। ਜਿੰਨੀ ਜੇ ਪੂਰੀ ਹੋ ਵੀ ਜਾਵੇ ਤੇ ਪੂਰੀ ਹੋ ਕੇ ਵੀ ਉਹਨੂੰ ਤਸੱਲੀ ਨਹੀਂ ਮਿਲਦੀ, ਉਹ ਹੋਰ ਵੱਧ ਤੋਂ ਵੱਧ ਲੈਣ ਵਾਸਤੇ ਤੁਰਦਾ ਹੈ। ਜਿਵੇਂ ਧਰਮ ਦੇ ਰਸਤੇ ਦੇ ਵਿੱਚ ਸਬਰ ਤੇ ਸੰਤੋਖ ਦੀ ਬਹੁਤ ਅਹਿਮੀਅਤ ਹੈ।
ਤੇ ਤ੍ਰਿਸ਼ਨਾ ਹੈ ਜਿਹੜੀ, ਇਹ ਸਬਰ ਤੇ ਸੰਤੋਖ ਦੇ ਰਸਤੇ 'ਚ ਰੁਕਾਵਟ ਹੈ। ਠੀਕ ਹੈ ਜਦੋਂ ਸਬਰ ਤੇ ਸੰਤੋਖ ਦੇ ਰਸਤੇ 'ਚ ਰੁਕਾਵਟ ਬਣ ਜਾਂਦੀ ਜਿਹੜੀ ਤ੍ਰਿਸ਼ਨਾ, ਫਿਰ ਉਹ ਵਾਹਿਗੁਰੂ ਨਾਲ ਮਿਲਾਪ ਕਰਨ ਦੇ, ਨੇੜੇ ਜਾਣ ਦੇ, ਸਚਿਆਰ ਬਣਨ ਦੇ ਰਸਤੇ 'ਚ ਰੁਕਾਵਟ ਬਣਦੀ ਹੈ। ਹਮ, ਜਦੋਂ ਗੁਰੂ ਨਾਨਕ ਸਾਹਿਬ ਗੱਲ ਸਚਿਆਰ ਦੀ ਕਰਦੇ ਆ ਨਾ, ਜਦੋਂ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਲ, ਜੀ ਬੇਸ਼ੱਕ ਨਾਲ ਦੀ ਪੰਕਤੀ ਵਿੱਚ ਹੀ ਗੁਰੂ ਸਾਹਿਬ ਜਵਾਬ ਦਿੰਦੇ ਨੇ ਜਪਜੀ ਸਾਹਿਬ ਦੇ ਵਿੱਚ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਪਰ ਉਸ ਤੋਂ ਅਗਾਂਹ ਜਾ ਕੇ ਡੀਟੇਲ ਦੇ ਵਿੱਚ ਇਹਦਾ ਜਵਾਬ ਦਿੰਦੇ ਨੇ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੀ ਸੰਤੋਖ ਦੀ ਇੰਨੀ ਅਹਿਮੀਅਤ ਹੈ ਕਿ ਸੰਤੋਖ ਤੋਂ ਬਗੈਰ ਦਇਆ ਤੇ ਧਰਮ ਜਿਹੜਾ ਹੈ ਉਹ ਇਕੱਠੇ ਰਹਿ ਹੀ ਨਹੀਂ ਸਕਦੇ। ਹਮ, ਜਦੋਂ ਤੱਕ ਮਨੁੱਖ ਦੇ ਵਿੱਚ ਸਬਰ ਨਹੀਂ ਹੈ, ਸੰਤੋਖ ਨਹੀਂ ਹੈ, ਉਹ ਦਇਆਵਾਨ ਨਹੀਂ ਹੋ ਸਕਦਾ। ਜਦ ਤੱਕ ਉਹ ਦਇਆਵਾਨ ਨਹੀਂ, ਉਹ ਧਰਮੀ ਨਹੀਂ ਹੋ ਸਕਦਾ। ਤੇ ਧਰਮ ਹੈ ਜਿਹੜਾ, ਉਹ ਮਨੁੱਖ ਦੇ ਜੀਵਨ ਦਾ ਆਸਰਾ ਹੈ, ਆਧਾਰ ਹੈ। ਤੇ ਤ੍ਰਿਸ਼ਨਾ ਹੈ ਜਿਹੜੀ, ਮਨੁੱਖ ਨੂੰ ਸਬਰ ਤੇ ਸੰਤੋਖੀ ਜੀਵਨ ਜਿਉਣ ਦੇ ਰਸਤੇ 'ਚ ਰੁਕਾਵਟ ਬਣਦੀ ਹੈ। ਇਸ ਕਰਕੇ ਉਹਨੂੰ ਸਚਿਆਰ ਨਹੀਂ ਬਣਨ ਦਿੰਦੀ। ਤੇ ਇਹ ਐਸੀ ਅੱਗ ਹੈ, ਇਹ ਜਿੰਨੀ ਅੱਗ ਦੇ ਵਿੱਚ ਬਾਲਣ ਪਾਈ ਚਲੇ ਜਾਓ, ਓਨੀ ਇਹ ਹੋਰ ਮੱਚਦੀ ਚਲੀ ਜਾਂਦੀ ਹੈ, ਇਹ ਬੁਝਦੀ ਨਹੀਂ। ਤੇ ਇਸੇ ਤਰ੍ਹਾਂ ਹੀ ਹਉਮੈ ਹੈ। ਹਉਮੈ ਵੀ ਆਪਣੇ ਆਪ ਨੂੰ ਮਾਈਨਸ ਕਰਕੇ, ਖਤਮ ਕਰਕੇ, ਵਾਹਿਗੁਰੂ ਦੀ ਸਿਫਤ ਸਲਾਹ ਦੇ ਵਿੱਚ ਜੁੜ ਜਾਣਾ ਹਉਮੈ ਨੂੰ ਖਤਮ ਕਰਦਾ ਹੈ। ਤੇ ਹਉਮੈ ਦੇ ਜਿਹੜੇ ਲੱਛਣ ਹੈ ਉਹ ਵੀ ਇਹੀ ਹੈ, ਜਦੋਂ ਮਨੁੱਖ ਵਾਹਿਗੁਰੂ ਦੀ ਸਿਫਤ ਸਲਾਹ ਭੁੱਲ ਜਾਏ, ਜਦੋਂ ਮਨੁੱਖ ਆਪਣੀਆਂ ਗੱਲਾਂ ਕਰਨੀਆਂ ਸ਼ੁਰੂ ਕਰਦਾ ਹੈ, ਜਦੋਂ ਮਨੁੱਖ ਸੰਗਤ ਦੀ ਅਹਿਮੀਅਤ ਨੂੰ ਭੁੱਲ ਜਾਏ, ਜਦੋਂ ਮਨੁੱਖ ਗੁਰੂ ਦੀ ਜਿਹੜੀ ਗੱਲ ਹੈ ਉਹਦੇ ਉੱਤੇ ਵਿਸ਼ਵਾਸ ਘੱਟ ਕਰੇ ਤੇ ਆਪਣੀ ਜਿਹੜੀ ਉਹਦੀ ਮੱਤ ਹੈ ਉਹਦੇ ਉੱਤੇ ਜ਼ਿਆਦਾ ਜ਼ੋਰ ਦੇਵੇ, ਉਸ ਵੇਲੇ ਇਸ ਲੱਗਦਾ ਹੈ ਕਿ ਇਸ ਮਨੁੱਖ ਨੂੰ ਬਹੁਤ ਹਉਮੈ ਹੋਈ ਹੈ। ਤੇ ਹਉਮੈ ਆਪਣੇ ਆਪ ਨੂੰ ਦਿਖਾਈ ਨਹੀਂ ਦਿੰਦੀ, ਇਸੇ ਕਰਕੇ ਉਹ ਦੀਰਘ ਰੋਗ ਹੈ। ਤ੍ਰਿਸ਼ਨਾ ਵੀ ਆਪਣੇ ਆਪ ਨੂੰ ਦਿਖਾਈ ਨਹੀਂ ਦਿੰਦੀ, ਇਸੇ ਕਰਕੇ ਉਹ ਵੱਡਾ ਰੋਗ ਹੈ। ਤੇ ਜਦੋਂ ਗੱਲ ਗੁਰੂ ਸਾਹਿਬ ਕਰਦੇ ਨਾ ਵੀ ਹਉਮੈ ਬੁਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ, ਉਹਦਾ ਮਤਲਬ ਇਹ ਹੈ, ਜਦੋਂ ਮਨੁੱਖ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਏ, ਥੋੜਾ ਜਿਹਾ ਵੀ ਅਹਿਸਾਸ ਹੋ ਜਾਏ ਕਿ ਦਰਅਸਲ ਮੈਂ ਤਾਂ ਹਉਮੈ ਦਾ ਸ਼ਿਕਾਰ ਹੋਇਆ, ਫਿਰ ਉਹਨੂੰ ਗੁਰੂ ਦਾ ਦਰ ਲੱਭ ਪੈਂਦਾ ਹੈ। ਮਤਲਬ ਕਿ ਜਦੋਂ ਉਹਨੂੰ ਹਉਮੈ ਦਾ ਅਹਿਸਾਸ ਹੁੰਦਾ ਹੈ, ਫਿਰ ਉਹ ਗੁਰੂ ਦਾ ਦਰ ਲੱਭਣ ਵਾਸਤੇ ਉਦਮ ਕਰਦਾ ਹੈ, ਯਤਨ ਕਰਦਾ ਹੈ। ਫਿਰ ਗੁਰੂ ਦਾ ਦਰ ਉਹਨੂੰ ਲੱਭਦਾ ਹੈ, ਕਿਰਪਾ ਕਰਕੇ ਵਾਹਿਗੁਰੂ ਉਹਨੂੰ ਗੁਰੂ ਦੇ ਲੜ ਲਾਉਂਦਾ ਹੈ। ਫਿਰ ਗੁਰੂ ਆਪਣਾ ਸ਼ਬਦ ਦਿੰਦਾ ਹੈ। ਗੁਰੂ ਦੇ ਸ਼ਬਦ ਦੀ ਕਮਾਈ ਕਰਨ ਤੋਂ ਬਾਅਦ ਇਤ ਸੰਜਮ ਇਹ ਜਾਏ, ਇਸ ਤਰੀਕੇ ਨਾਲ ਸ਼ਬਦ ਦੀ ਕਮਾਈ ਨਾਲ ਇਹ ਜਿਹੜੀ ਹਉਮੈ ਆ ਇਹ ਦੂਰ ਹੁੰਦੀ ਹੈ। ਇਨ ਸ਼ੋਰਟ, ਇਹ ਵਾਹਿਗੁਰੂ ਦੇ ਨਾਲ ਜੁੜਨ ਦੇ ਰਸਤੇ ਦੇ ਵਿੱਚ ਆਪਣੀ ਜਿਹੜੀ ਹੋਂਦ ਹੈ ਉਹ ਰੁਕਾਵਟ ਬਣਾ ਕੇ ਰੱਖਦੀ ਹੈ, ਇਹ ਹਉਮੈ ਹੈ। ਸੋ ਜੇ ਕਹਿ ਲਈਏ ਕਿ ਹਉਮੈ ਜਿਹੜੀ ਹੈ ਇਹ ਆਪਣੇ ਆਪ ਨੂੰ ਕਿ ਮੈਂ ਹਾਂ, ਮੈਂ ਹਾਂ, ਮੈਂ ਹਾਂ, ਇਹ ਜਿਹੜੀ ਮੈਂ ਦੀ ਐਗਜ਼ਿਸਟੈਂਸ ਆ, ਇਹਨੂੰ ਹਉਮੈ ਹੈ। ਜੇ ਮੈਂ ਗਵਾ ਕੇ ਤੂੰ ਕਰਤਾ ਤੂੰ ਹੁਆ, ਮੁਝ में रहा ना हूं, ਇਹ ਮੰਜ਼ਿਲ ਤੇ ਪਹੁੰਚਣਾ ਹੈ। ਪਰ ਇਹ ਹਉਮੈ ਨੂੰ ਵਧਾਉਣ ਵਾਸਤੇ, ਜਿੱਦਾਂ ਭਾਈ ਸਾਹਿਬ ਨੇ ਦੱਸਿਆ ਕਿ ਤ੍ਰਿਸ਼ਨਾ ਇੱਕ ਇਹ ਅੰਗ ਹੈ, ਹਉਮੈ ਨੂੰ ਵਧਾਉਂਦੀ ਹੈ। ਜਦੋਂ ਜ਼ਿਆਦਾ ਆਈ ਜਾਂਦਾ ਹੈ ਉਦੋਂ ਕਹਿੰਦਾ ਮੈਂ ਹੋਰ ਲਵਾਂ, ਹੋਰ ਲਵਾਂ, ਹੋਰ ਲਵਾਂ। ਅਤੇ ਹਉਮੈ ਇਹ ਇਤਨਾ ਵੱਡਾ ਰੋਗ ਹੈ, ਸਾਹਿਬ ਜੀ ਬਾਣੀ ਵਿੱਚ ਹੀ ਕਹਿੰਦੇ ਨੇ ਕਿ ਨਿਮਖ ਨਿਮਖ ਕਰ ਸੀਰ ਘਟਾਵੈ, ਤਉ ਭੀ ਹਉਮੈ ਮੈਲ ਨਾ ਜਾਵੇ। ਆਹ ਕੁਝ ਵੀ ਕਰ ਲਵੇ ਤਾਂ ਵੀ ਹਉਮੈ ਦੀ ਮੈਲ ਨਹੀਂ ਜਾਂਦੀ। ਅਤੇ ਜਿਹੜਾ ਭਾਈ ਸਾਹਿਬ ਨੇ ਜੇ ਸ਼ੁਰੂ ਕੀਤਾ ਹੈ ਆਸਾਈਵਾਦ ਦੇ ਵਿੱਚ ਕਿ ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਏ, ਇਹ ਬੜੀ ਸਮਝਣ ਦੀ ਲੋੜ ਹੈ। ਕਈ ਵਾਰੀ ਸਵਾਲ ਉੱਠਦੇ ਨੇ, ਪੁੱਛਦੇ ਨੇ ਆਪਣੇ ਆਪ ਵਿੱਚ ਵੀ ਕਿ ਸਾਹਿਬ ਜੀ ਕਹਿੰਦੇ ਨੇ ਹਉਮੈ ਦੀਰਘ ਰੋਗ ਹੈ, ਦਾਰੂ ਵੀ, ਇਹ ਕਿਹੜਾ ਦਾਰੂ ਹੈ ਇਹਦੇ ਵਿੱਚ? ਦੀਰਘ ਰੋਗ ਹੈ, ਦਾਰੂ ਸਮਾਏ, ਉਹ ਕਿਹੜਾ ਦਾਰੂ ਹੈ? ਉਹ ਦਾਰੂ ਭਾਈ ਸਾਹਿਬ ਨੇ ਦੱਸਿਆ ਕਿ ਉਹ ਹੈ ਕਿ ਆਪਣੀ ਐਗਜ਼ਿਸਟੈਂਸ ਨੂੰ ਗਵਾ ਲੈਣਾ, ਇਹ ਪਹਿਚਾਨਣਾ, ਇਹ ਮਨ ਵਿੱਚ ਆ ਜਾਣਾ ਕਿ ਮੈਂ ਵਾਹਿਗੁਰੂ ਤੋਂ ਵਿਛੜਿਆ ਹੋਇਆ ਹਾਂ, ਮੈਂ ਆਪਣੀ ਹੋਂਦ ਵਿੱਚ ਬੈਠਾ ਅਤੇ ਮੈਂ ਆਪਣੀ ਹੋਂਦ ਜਦੋਂ ਗਵਾਈ ਫਿਰ ਉਸ ਵਾਹਿਗੁਰੂ ਦਾ ਨਾਮ ਮਿਲਣਾ, ਇਹ ਰਸਤੇ ਤੇ ਤੁਰਨਾ ਪੈਣਾ। ਤੇ ਹੁਣ ਭਾਈ ਸਾਹਿਬ ਜੀ, ਤੂੰ ਡੈਸਟੀਨੇਸ਼ਨ ਹੈ, ਜਿੱਥੇ ਆਪਾਂ ਪਹੁੰਚਣਾ ਹੈ, ਮੰਜ਼ਿਲ ਹੈ, ਤੇ ਹੋਂਦ ਦੇ ਉੱਤੇ ਮੈਂ ਤੇ ਖੜੇ ਹਾਂ ਇਸ ਵੇਲੇ। ਹੁਣ ਤੁਸੀਂ ਸਾਨੂੰ ਉਸ ਰਸਤੇ ਤੇ ਚਲਾਓ ਕਿ ਕਿੱਦਾਂ ਉਸ ਮੰਜ਼ਿਲ ਤੱਕ, ਕਿਉਂਕਿ
ਅੱਜ ਜਿਹੜੀ ਮੈਂ ਪਹਿਲਾਂ ਪੰਕਤੀ ਪੜ੍ਹੀ ਬੜਾ ਵੱਡਾ ਇਹ ਔਖਾ ਰਸਤਾ ਹੈ ਕਿ ਜਿਹੜੇ ਜੋਗੀਆਂ ਨੇ ਜਾਂ ਸਿੱਧਾਂ ਨੇ ਜਾਂ ਪੁਰਾਣਿਆਂ ਨੇ ਉਹਨਾਂ ਨੇ ਭਾਈ ਸਾਹਿਬ ਸਤਿਗੁਰੂ ਉਹਨਾਂ ਨੂੰ ਖੰਡਣ ਵਾਸਤੇ ਕਿ ਨਿਮਕ ਨਿਮਕ ਅਸੀਂ ਘਟਾਵੇ ਤੋਪੀ ਹਉਮੈ ਮੈਲ ਜਾਵੇ, ਜੇ ਇੰਨਾ ਆਹ ਕੁਝ ਵੀ ਕਰ ਲਵੇ ਤਾਂ ਵੀ ਹਉਮੈ ਦੀ ਮੈਲ ਨਹੀਂ ਜਾਂਦੀ, ਤੇ ਫਿਰ ਪਹੁੰਚਣਾ ਕਿੱਦਾਂ ਹੈ? ਉਹ ਸਤਿਗੁਰੂ ਕੀ ਰਸਤਾ ਦੱਸਦੇ ਨੇ ਜੀ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹੇ ਸੁਣੋ ਜਨੋ ਇਤ ਸੰਜਮ। ਸੋ ਉਹਦੀ ਕਿਰਪਾ ਦੇ ਨਾਲ, ਉਹਦੀ ਬਲੈਸਿੰਗ ਦੇ ਨਾਲ ਗੱਲ ਬਣਨੀ ਆ, ਕਿਰਪਾ ਤੋਂ ਬਿਨਾਂ ਗੱਲ ਨਹੀਂ ਬਣਨੀ। ਮੈਂ ਇੱਕ ਡਾਕਟਰ ਸਾਹਿਬ ਉਦਾਹਰਨ ਸਾਂਝੀ ਕਰਨੀ ਚਾਹੁੰਦਾ ਤੁਹਾਡੇ ਨਾਲ ਤੇ ਦਰਸ਼ਕਾਂ ਨਾਲ। ਗੁਰੂ ਨਾਨਕ ਸਾਹਿਬ ਜੀ ਆਪਣੇ ਪ੍ਰਚਾਰ ਦੌਰਿਆਂ ਤੋਂ ਬਾਅਦ ਜਿਸ ਵੇਲੇ ਅਚਲ ਬਟਾਲੇ ਸਿੱਧਾਂ ਦੇ ਨਾਲ ਗੋਸ਼ਟ ਕਰਨ ਵਾਸਤੇ ਗਏ ਨਾ ਜੀ, ਮੇਲਿਓਂ ਬਾਬਾ ਉੱਠਿਆ ਮੁਲਤਾਨੇ ਦੀ ਜ਼ਿਆਰਤ ਜਾਈ, ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ ਵਾਲੀ ਜਿਹੜੀ ਗੱਲ ਹੈ, ਹਵਾਲਾ ਭਾਈ ਗੁਰਦਾਸ ਨੇ ਦਿੱਤਾ ਹੈ, ਉਹ ਇਹੀ ਹੈ ਕਿ ਜਿਸ ਵੇਲੇ ਗੁਰੂ ਨਾਨਕ ਸਾਹਿਬ ਨਾ ਅਚਲ ਬਟਾਲੇ ਤੋਂ ਚੱਲ ਕੇ ਮੁਲਤਾਨ ਵਿੱਚ ਗਏ ਨੇ, ਤੇ ਮੁਲਤਾਨ ਦੇ ਵਿੱਚ ਮਨਸੂਰ ਦੀ ਜਗ੍ਹਾ ਹੈ। ਮਨਸੂਰ ਈਰਾਨ, ਜਿਹਨੂੰ ਅਸੀਂ ਅੱਜ ਕੱਲ੍ਹ ਈਰਾਨ ਕਹਿੰਦੇ ਹਾਂ, ਕਿਸੇ ਸਮੇਂ ਦੇ ਵਿੱਚ ਉਹ ਫਾਰਿਸ ਸੀ, ਪਰਸ਼ੀਆ ਜਿਹਨੂੰ ਇੰਗਲਿਸ਼ ਦੇ ਵਿੱਚ ਅਸੀਂ ਕਹਿੰਦੇ ਹਾਂ, ਉੱਥੇ ਦਾ ਇੱਕ ਸੂਫੀ ਫਕੀਰ ਹੋਇਆ ਮਨਸੂਰ, ਤੇ ਉਹਦੀ ਜਿਹੜੀ ਜਗ੍ਹਾ ਹੈ ਉਹ ਮੁਲਤਾਨ ਦੇ ਬਾਹਰ ਬਣੀ ਹੋਈ ਹੈ, ਤੇ ਉੱਥੇ ਉਹਨਾਂ ਦੇ ਬਕਾਇਦਾ ਮੁਰੀਦ ਉੱਥੇ ਬੈਠਦੇ ਨੇ। ਤੇ ਜਿਹੜਾ ਮਨਸੂਰ ਸੀਗਾ ਉਹਨੇ ਨਾਅਰਾ ਲਾਇਆ ਸੀ ਅਨਹਲ ਹੱਕ ਦਾ, ਮੈਂ ਹੀ ਹੱਕ ਹੈ, ਮੈਂ ਹੀ ਖੁਦਾ ਹੈ, ਮੈਂ ਹੀ ਰੱਬ ਹੈ, ਮੈਂ ਹੀ ਸੱਚ ਹੈ, ਮੈਂ ਹੀ ਸਭ ਕੁਝ ਹੈ। ਤੇ ਉਸ ਵੇਲੇ ਦੇ ਮੌਲਾਣਿਆਂ ਨੇ ਉਹਨੂੰ ਬਹੁਤ ਸਜ਼ਾ ਦੇ ਕੇ ਕਤਲ ਕਰ ਦਿੱਤਾ ਸੀ, ਉਹਨੂੰ ਸ਼ਹੀਦ ਕਰ ਦਿੱਤਾ ਸੀ। ਤੇ ਉਹਦੀ ਜਗ੍ਹਾ ਤੇ ਜਦੋਂ ਗਏ ਨੇ ਤੇ ਗੁਰੂ ਨਾਨਕ ਸਾਹਿਬ ਕੀ ਵੇਖਦੇ ਨੇ ਕਿ ਉਹਦੇ ਜਿਹੜੇ ਮੁਰੀਦ ਨੇ ਉਹ ਮਨਸੂਰ ਦੀ ਪੂਜਾ ਕਰਨ ਵਾਸਤੇ ਲੱਗੇ ਨੇ, ਉਹਦੀ ਮਾਨਤਾ ਕਰਨ ਵਾਸਤੇ ਲੱਗੇ ਨੇ। ਤੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਕਿ ਤੁਹਾਡੇ ਪੀਰ ਨੇ ਗਲਤ ਨਹੀਂ ਆਖਿਆ ਸੀ, ਅਨਲ ਹੱਕ, ਉਹਨੇ ਠੀਕ ਹੀ ਆਖਿਆ ਸੀ ਕਿ ਮੈਂ ਉਸ ਹੱਕ ਦਾ ਹਿੱਸਾ ਹੈ। ਜੇ ਇਹਨੂੰ ਥੋੜਾ ਵਿਚਾਰ ਕੇ ਦੇਖੀਏ ਤੇ ਭਗਵਤ ਗੀਤਾ ਦੇ ਵਿੱਚ ਕ੍ਰਿਸ਼ਨ ਜੀ ਨੇ ਵੀ ਇਹੀ ਹਵਾਲਾ ਦਿੱਤਾ ਹੈ, ਮੈਂ ਹੀ ਬ੍ਰਹਮ ਹੈ। ਜਦੋਂ ਅਰਜਨ ਨੂੰ ਉਪਦੇਸ਼ ਦਿੰਦੇ ਨੇ ਤੇ ਅਰਜਨ ਨੂੰ ਕਹਿੰਦੇ ਨੇ ਉਹ, ਤੂੰ ਮੌਤ ਦੀ ਚਿੰਤਾ ਨਾ ਕਰ, ਇਹ ਜਿਹੜੇ ਤੇਰੇ ਸਾਹਮਣੇ ਖੜੇ ਨੇ ਰਿਸ਼ਤੇਦਾਰ, ਭਾਈ ਭਰਾ, ਚਾਚੇ ਭਤੀਜੇ ਤੇਰੇ, ਇਹਨਾਂ ਦੀ ਤੂੰ ਚਿੰਤਾ ਨਾ ਕਰ, ਤੂੰ ਇਹਨਾਂ ਦੀ ਮੌਤ ਤੇਰੇ ਹੱਥ ਵਿੱਚ ਨਹੀਂ ਹੈ, ਉਹ ਮੇਰੇ ਹੱਥ ਵਿੱਚ ਹੈ, ਕਿਉਂਕਿ ਮੈਂ ਹੀ ਬ੍ਰਹਮ ਹੈ, ਮੈਂ ਹੀ ਰੱਬ ਹੈ, ਮੈਂ ਹੀ ਉਹ ਖੁਦਾ ਹੈ, ਮੈਂ ਹੀ ਉਹ ਸਭ ਕੁਝ ਹੈ ਜਿਹਨੇ ਲੋਕਾਂ ਦੀ ਮੌਤ ਦਾ ਫੈਸਲਾ ਕਰਨਾ ਹੈ। ਤੇ ਇਸੇ ਤਰੀਕੇ ਦੀ ਗੱਲ ਜਿਹੜੀ ਹੈ ਮਨਸੂਰ ਨੇ ਜਦੋਂ ਕੀਤੀ ਅਨਲ ਹੱਕ, ਕਿ ਮੈਂ ਹੀ ਹੱਕ ਹੈ, ਜਿਹੜਾ ਮਨੁੱਖ ਉਸ ਖੁਦਾ ਦੇ ਨਾਲ ਇੱਕਮਿਕ ਹੋ ਜਾਂਦਾ ਹੈ, ਉਹਦੇ ਵਿੱਚ ਤੇ ਖੁਦਾ ਦੇ ਵਿੱਚ ਕਿਸੇ ਕਿਸਮ ਦਾ ਅੰਤਰ ਨਹੀਂ ਰਹਿੰਦਾ। ਗੁਰੂ ਨਾਨਕ ਸਾਹਿਬ ਨੇ ਉਹਨੂੰ ਸਮਝਾਇਆ, ਉਹਨਾਂ ਦੇ ਮੁਰੀਦਾਂ ਨੂੰ, ਤੁਹਾਡੇ ਪੀਰ ਨੂੰ ਮੈਂ ਖੁਦਾ ਨਹੀਂ ਕਹਿਣਾ ਚਾਹੀਦਾ ਸੀ, ਉਹਨੂੰ ਕਹਿਣਾ ਚਾਹੀਦਾ ਸੀ ਐ ਖੁਦਾ ਮੈਂ ਤੇਰਾ ਹਿੱਸਾ ਹੈ, ਇੱਥੇ ਤੂੰ ਕਰਨ ਦੀ ਮਹਾਨਤਾ ਹੈ, ਮੈਂ ਕਰਨ ਦੀ ਮਹਾਨਤਾ ਨਹੀਂ। ਜੇ ਕਿਤੇ ਉਹਨੇ ਇਵੇਂ ਕਿਹਾ ਹੁੰਦਾ ਐ ਖੁਦਾ ਤੂੰ ਬਹੁਤ ਵੱਡਾ ਹੈ ਤੇ ਮੈਂ ਵੀ ਹੁਣ ਤੇਰੇ ਲੜ ਲੱਗ ਕੇ, ਤੇਰੇ ਮਗਰ ਲੱਗ ਕੇ ਤੇਰੀ ਇਬਾਦਤ ਕਰਦਾ ਕਰਦਾ ਤੇਰੇ ਵਰਗਾ ਹੀ ਹੋ ਗਿਆ, ਤੇ ਉਹਨੂੰ ਨਾ ਆਪਣੀ ਜਾਨ ਗਵਾਉਣੀ ਪੈਣੀ ਸੀ ਤੇ ਨਾ ਹੀ ਖੁਦਾ ਦੇ ਦਰ ਦੇ ਉੱਤੇ ਆਪਣੇ ਆਪ ਨੂੰ ਏਡਾ ਘਮੰਡੀ ਅਖਵਾਉਣਾ ਪੈਣਾ ਸੀ। ਇਹ ਸਿਰਫ ਇਹਦੇ ਵਿੱਚੋਂ ਫਰਕ ਲੱਭਣ ਦਾ ਯਤਨ ਕਰੀਏ ਅਸੀਂ। ਜਦੋਂ ਇੱਕ ਹਉਮੈ ਦੀ ਇੱਕ ਇਹ ਵੀ ਬਣ ਗਈ ਹੈ ਕਿ ਹਉਮੈ ਧਰਮ ਦੀ ਜਿਹੜੀ ਹਉਮੈ ਆ ਉਹ ਬੜੀ ਖਤਰਨਾਕ ਹੈ। ਗੁਰਬਾਣੀ ਨੇ ਉਹਦਾ ਉਦਾਹਰਣ ਵੀ ਦਿੱਤੀ, ਆਪਾਂ ਕਈ ਵਾਰੀ ਜ਼ਿਕਰ ਕੀਤਾ, ਪੰਭੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੁਰਰਾਇਓ। ਅੱਜ ਸਾਨੂੰ ਧਰਮ ਦੇ ਰਸਤੇ ਤੇ ਤੁਰਨ ਵਾਲੇ ਲੋਕਾਂ ਨੂੰ ਇਸ ਗੱਲ ਦਾ ਹੀ ਬੜਾ ਹੰਕਾਰ ਹੁੰਦਾ ਹੈ ਕਿ ਮੈਂ ਬਹੁਤ ਧਰਮੀ ਹਾਂ। ਜਿਹੜੀ ਤੁਸੀਂ ਉਦਾਹਰਣ ਦਿੱਤੀ ਹੈ ਜੋਗੀਆਂ ਦੀ, ਕਿ ਬੜੀ ਤਕਲੀਫਾਂ ਸਹਿੰਦੇ ਨੇ ਉਹ ਰੱਬ ਦੇ ਨੇੜੇ ਜਾਣ ਵਾਸਤੇ, ਪਰ ਉਹ ਕਰਦੇ ਕਰਦੇ ਵੀ ਆਪਣੇ ਅੰਦਰੋਂ ਹੰਕਾਰ ਨਹੀਂ ਛੱਡਦੇ। ਉਹ ਇੰਨਾ ਕੁਝ ਕਰਕੇ ਵੀ, ਤਦੇ ਗੁਰੂ ਸਾਹਿਬ ਕਹਿੰਦੇ ਨੇ ਭਾਵੇਂ ਛੋਟਾ ਛੋਟਾ ਕਰਕੇ ਆਪਣੇ ਸਰੀਰ ਨੂੰ ਕਟਾ ਵੀ ਲਓ, ਤੁਸੀਂ ਨਿੱਕੇ ਨਿੱਕੇ ਟੁਕੜੇ ਵੀ ਕਰਵਾ ਲਓ, ਤਦ ਵੀ ਤੁਹਾਡੇ ਅੰਦਰੋਂ ਜਿਹੜਾ ਹਉਮੈ ਦਾ ਰੋਗ ਹੈ ਉਹ ਖਤਮ ਨਹੀਂ ਹੁੰਦਾ। ਦਰਅਸਲ ਹਉਮੈ ਦਾ ਰੋਗ ਵੱਧਦਾ ਹੈ। ਜਦੋਂ ਅਸੀਂ ਅੱਜ ਹਉਮੈ ਦੀ ਗੱਲ ਕਰਦੇ ਹਾਂ, ਹਉਮੈ ਕਈ ਕਿਸਮ ਦੀ ਹੈ। ਹਉਮੈ ਪਦਾਰਥ ਦੀ ਹੈ, ਹਉਮੈ ਰੂਪ ਦੀ ਹੈ, ਹਉਮੈ ਆਪਣੇ ਸਾਕ ਸੰਬੰਧੀਆਂ ਦੀ ਹੈ, ਹਉਮੈ ਆਪਣੇ ਸੋਹਣੇ ਹੋਣ ਦੀ ਹੈ, ਹਉਮੈ ਆਪਣੇ ਧਰਮੀ ਹੋਣ ਦੀ ਹੈ। ਤੇ ਧਰਮੀ ਹੋਣ ਦੀ ਜਿਹੜੀ ਹਉਮੈ ਹੈ ਉਹ ਬਹੁਤ ਖਤਰਨਾਕ ਹੈ। ਬਹੁਤ ਤੀਰਥ ਭਵਿਆ ਤੇ ਤੋਂ ਲਵਿਆ, ਆਸਾ ਜੀ ਦੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਵੀ ਬਹੁਤਾ ਤੀਰਥਾਂ ਦੇ ਉੱਤੇ ਘੁੰਮਣ ਵਾਲਾ ਮਨੁੱਖ
ਇਸੇ ਗੱਲ ਦੀ ਹੋਮੇ 'ਚ ਬੈਠਾ ਹੈ ਕਿ ਮੈਂ ਬੜੇ ਤੀਰਥ ਘੁੰਮੇ ਨੇ ਤੇ ਕਾਂ ਵਾਂਗੂ ਲਵਿਆ ਦਾ ਮਤਲਬ ਹੁੰਦਾ ਕਾਂ ਕਾਂ ਕਰਨੀ। ਉਹ ਕਾਂ ਕਾਂ ਕਰਕੇ ਲੋਕਾਂ ਨੂੰ ਦੱਸਦਾ ਫਿਰਦਾ ਕਿ ਮੈਂ ਇੰਨੇ ਤੀਰਥਾਂ ਉੱਤੇ ਜਾ ਆਇਆ, ਤੁਹਾਡੇ ਕੋਲ ਅਜੇ ਤੱਕ ਕੁਝ ਵੀ ਨਹੀਂ ਹੋਇਆ। ਉਹਨੂੰ ਇਹ ਹੋਮੇ ਆ। ਦਰਅਸਲ ਇਹ ਦੀਰਘ ਰੋਗ ਉਦੋਂ ਤੱਕ ਹੀ ਹੈ ਜਦੋਂ ਤੱਕ ਇਹਦੀ ਪਛਾਣ ਨਹੀਂ ਹੋ ਜਾਂਦੀ ਜੀ। ਜਦੋਂ ਇਸ ਰੋਗ ਦੀ ਪਛਾਣ ਹੋ ਜਾਂਦੀ ਹੈ ਤੇ ਫਿਰ ਜਿਹੜਾ ਇਹਦਾ ਇਲਾਜ ਹੈ ਉਹ ਬਹੁਤ ਸੌਖਾ ਹੈ। ਮੈਂ ਇੱਦਾਂ ਮਹਿਸੂਸ ਕਰਦਾ ਕਿ ਸਿੱਖ ਵਾਸਤੇ ਹਉਮੈ ਦੇ ਰੋਗ ਦਾ ਜਿਹੜਾ ਇਲਾਜ ਹੈ ਉਹ ਬਹੁਤ ਹੀ ਸੌਖਾ ਹੈ। ਉਹ ਇਹ ਹੈ ਕਿ ਗੁਰੂ ਦੇ ਲੜ ਲੱਗ ਜਾਏ, ਗੁਰਮੁਖ ਬਣ ਜਾਏ, ਗੁਰਮੁਖ ਬਣ ਕੇ ਗੁਰੂ ਦੇ ਸ਼ਬਦ ਦੀ ਕਮਾਈ ਕਰਨੀ ਸ਼ੁਰੂ ਕਰ ਦੇ, ਗੁਰੂ ਦੇ ਸ਼ਬਦ ਦੀ ਸਿੱਖਿਆ ਦੇ ਮੁਤਾਬਕ ਆਪਣੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦੇ, ਆਪਣੇ ਆਪ ਨੂੰ ਨੀਵਾਂ ਅਖਵਾ ਕੇ ਦੂਜਿਆਂ ਨੂੰ ਚੰਗੇ ਸਮਝਣਾ ਸ਼ੁਰੂ ਕਰ ਦੇ। ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਵਾਲੀ ਜਿਹੜੀ ਸਿਧਾਂਤ ਹੈ ਉਹਦੇ ਉੱਤੇ ਚੱਲਣਾ ਸ਼ੁਰੂ ਕਰ ਦੇ, ਜਾਂ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਵਾਲੀ ਅਵਸਥਾ ਜਿਹੜੀ ਹੈ ਉਹਨੂੰ ਧਾਰਨ ਕਰ ਲੈ। ਇਹ ਸਾਡੇ ਸ਼ਬਦ ਹੀ ਨੇ ਨਾ ਸਾਡੇ ਡਾਕਟਰ ਸਾਹਿਬ। ਜਦੋਂ ਇਹਨਾਂ ਸ਼ਬਦਾਂ ਨੂੰ ਅਸੀਂ ਵਿਚਾਰ 'ਚ ਲੈ ਕੇ ਆਉਂਦੇ ਹਾਂ ਭਈ ਨਾ ਕੋ ਬੈਰੀ ਨਹੀਂ ਬੇਗਾਨਾ, ਕੋਈ ਬੇਗਾਨਾ ਹੈ ਹੀ ਨਹੀਂ, ਮੈਂ ਕਿਹਦੇ ਨਾਲ ਹੰਕਾਰ ਕਰਾਂ, ਕਿਹਦੇ ਨਾਲ ਮੈਂ ਨਫ਼ਰਤ ਕਰਾਂ, ਕਿਹਨੂੰ ਛੋਟਾ ਕਵਾਂ। ਦਰਅਸਲ ਕੀ ਹੁੰਦਾ ਹੈ ਕਿ ਹਉਮੈ ਦਾ ਜਿਹੜਾ ਰੋਗ ਹੈ ਇਹ ਇੱਕ ਮਾਨਸਿਕ ਰੋਗ ਹੈ। ਅੱਜ ਦੀ ਮੈਡੀਕਲ ਸਾਇੰਸ ਵੀ ਇਸ ਗੱਲ ਨੂੰ ਸਵੀਕਾਰ ਕਰਦੀ ਹੈ ਕਿ ਇਹ ਇੱਕ ਮਾਨਸਿਕ ਰੋਗ ਹੈ। ਜਿਨ੍ਹਾਂ ਲੋਕਾਂ ਨੂੰ ਆਪਣੇ ਆਪ ਪ੍ਰਤੀ ਇਨਫੀਰੀਅਰਿਟੀ ਕੰਪਲੈਕਸ ਹੁੰਦਾ ਹੈ ਨਾ, ਆਤਮਹੀਨਤਾ ਦੀ ਭਾਵਨਾ ਹੁੰਦੀ ਹੈ, ਉਹ ਲੋਕਾਂ ਨੂੰ ਇਹ ਪ੍ਰਭਾਵ ਪਾਉਣ ਵਾਸਤੇ ਕਿ ਮੈਂ ਤੇ ਬਹੁਤ ਚੰਗਾ ਹਾਂ, ਐਵੇਂ ਨਾ ਸਮਝਿਓ ਮੈਂ ਕੁਛ ਨਹੀਂ ਗਾ, ਮੇਰੇ ਵਿੱਚ ਬਹੁਤ ਹਿੰਮਤ ਹੈ, ਮੈਂ ਬਹੁਤ ਕੁਝ ਕਰ ਸਕਦਾ, ਮੈਂ ਆਹ ਕਰ ਸਕਦਾ, ਮੈਂ ਉਹ ਕਰ ਸਕਦਾ, ਉਹਦੇ ਵਿੱਚੋਂ ਹੀ ਇਹ ਹਉਮੈ ਵਾਲੀ ਜਿਹੜੀ ਬਿਮਾਰੀ ਹੈ ਉਹ ਸ਼ੁਰੂ ਹੋ ਜਾਂਦੀ ਹੈ। ਹਾਂਜੀ। ਸੋ ਇਹ ਜਿਹੜਾ ਹਉਮੈ ਦਾ ਰੋਗ ਬੜੀ ਵਿਸਥਾਰ ਦੇ ਨਾਲ ਭਾਈ ਸਾਹਿਬ ਨੇ ਦੱਸਿਆ ਹੈ ਕਿ ਕਿੱਦਾਂ ਉਪਜਦਾ ਹੈ, ਕਿੱਥੋਂ ਉਪਜਦਾ ਹੈ ਇਹ, ਅਤੇ ਅਸੀਂ ਆਪਣੀ ਧਰਮੀ ਹੋਣ ਦੇ ਵਾਅਦੇ ਨਾਲ ਕਿ ਅਸੀਂ ਵੱਡੇ ਧਰਮੀ ਹਾਂ, ਇਹ ਸਾਨੂੰ ਹੰਕਾਰ ਹੈ। ਐਗਜ਼ਾਮਪਲ ਦਿੱਤੀ ਹੈ ਕਿ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਾਈ। ਇਹ ਇਤਿਹਾਸ ਹੈ ਸਾਡਾ ਭਾਈ ਕਨ੍ਹਈਏ ਦਾ। ਭਾਈ ਕਨ੍ਹਈਏ ਨੂੰ ਹਰ ਇੱਕ ਦੇ ਵਿੱਚ ਗੁਰੂ ਦਿਸਣ ਲੱਗ ਪਿਆ ਸੀ। ਅਤੇ ਕਦੋਂ ਦਿਸਿਆ ਉਹ? ਜਦੋਂ ਤੂੰ ਕਰਤਾ ਤੂੰ ਹੋਆ, ਆਪਾ ਛੱਡਤਾ, ਆਪਣਾ ਆਪਾ ਭਾਵ ਛੱਡਤਾ ਕਿ ਮੈਂ ਕੌਣ ਹੈ ਤੇ ਤੂੰ ਕੌਣ ਹੈ। ਅਤੇ ਇਹ ਰੋਗ ਜਿਹੜਾ ਹੈ ਵੀ ਔਖਾ, ਵੱਡਾ ਰੋਗ ਹੈ, ਦੀਰਘ ਰੋਗ ਹੈ, ਪਰ ਅਖੀਰ ਦੇ ਉੱਤੇ ਸਾਹਿਬ ਜੀ ਕਹਿੰਦੇ ਨੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਬਹੁਤ ਪ੍ਰੋਗਰਾਮ ਅਸੀਂ ਕੀਤੇ ਨੇ ਅਤੇ ਬਹੁਤ ਵਾਰੀ ਇਹ ਦੁਹਰਾਇਆ ਗਿਆ ਹੈ ਕਿ ਵਾਹਿਗੁਰੂ ਦੀ ਕਿਰਪਾ, ਉਹਦੀ ਬਲੈਸਿੰਗ ਤੋਂ ਬਿਨਾਂ ਕੋਈ ਕੰਮ ਨਹੀਂ ਸਿੱਖ ਦੀ ਬਣਨੀ। ਮਤ ਜਾਣੇ ਕਿ ਮੈਂ ਇੰਨੇ ਪਾਠ ਕਰ ਲਏ, ਇੰਨੇ ਅਖੰਡ ਪਾਠ ਕਰ ਲਏ, ਇੰਨਾ ਪੁੰਨ ਕਰਤਾ। ਇਹ ਹਉਮੈ ਨੂੰ ਵਧਾਉਣ ਦੇ ਸਾਰੇ ਰੋਗ ਤਰੀਕੇ ਨੇ। ਪਰ ਜਦੋਂ ਗੁਰੂ ਦੀ ਬਖਸ਼ਿਸ਼ ਹੋਵੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁਖ ਜਾਏ। ਉੱਥੇ ਅਸੀਂ ਕਿੱਦਾਂ ਜਾਂਦਾ? ਸਾਹਿਬ ਜੀ ਕਹਿੰਦੇ ਨੇ ਇੱਦਾਂ ਜਾਂਦਾ, ਗੁਰੂ ਨੂੰ ਸਮਰਪਿਤ ਹੋ ਜਾ, 100% ਸਬਮਿਸ਼ਨ ਕਰ ਦੇ ਕਿ ਮੈਂ ਕੁਝ ਨਹੀਂ, ਜੋ ਕੁਝ ਵੀ ਹੁੰਦਾ ਚੰਗਾ ਹੈ ਮਾੜਾ ਸਤਿਗੁਰੂ ਤੂੰ ਹੈ, ਤੂੰ ਕਰ ਰਿਹਾ ਹੈ। ਤੇ ਜਦੋਂ ਇਹ ਭਾਵਨਾ ਆ ਜਾਵੇ ਕਿ ਮੈਂ ਕੁਝ ਨਹੀਂ, ਤਾਂ ਫਿਰ ਇਹ ਹਉਮੈ ਦਾ ਰੋਗ ਸਤਿਗੁਰੂ ਆਪ ਨਿਵਾਰ ਦਿੰਦੇ ਨੇ। ਤੇ ਇਸ ਤੋਂ ਅਗਾਂਹ ਭਾਈ ਸਾਹਿਬ ਜੀ ਇਹ ਕੁਝ ਮੈਂ ਇਹ ਵੀ ਚਾਹਾਂਗਾ ਤੁਸੀਂ ਇਤਿਹਾਸ ਦੀਆਂ ਐਗਜ਼ਾਮਪਲਾਂ ਵੀ ਦਿੰਦੇ ਹੋ, ਕਿਉਂਕਿ ਇਹਦੇ ਨਾਲ ਬਹੁਤ ਸਮਝਣਾ ਬਹੁਤ ਸੁਖਾਲਾ ਹੋ ਜਾਂਦਾ ਹੈ। ਜੇ ਅਸੀਂ ਇਤਿਹਾਸਕ ਸਾਖੀਆਂ ਜਾਂ ਐਗਜ਼ਾਮਪਲ ਦੂਸਰੇ ਧਰਮਾਂ ਵਿੱਚ ਲਈਏ, ਸਮਝਣ ਲਈ ਬਹੁਤ ਸੁਖਾਲਾ ਹੋ ਜਾਂਦਾ ਹੈ। ਤੇ ਤੁਸੀਂ ਇਸ ਤੋਂ ਅਗਾਂਹ ਜਿਹੜਾ ਅਗਲਾ ਪੜਾਅ ਹੈ, ਕਿਉਂਕਿ ਮੰਜ਼ਿਲ ਤੂੰ ਦੀ ਹੈ, ਅਗਾਂਹ ਕੀ ਕਹੋਗੇ? ਇਹਨੂੰ ਡਾਕਟਰ ਸਾਹਿਬ ਹਉਮੈ ਨੂੰ ਖਤਮ ਕਰਨ ਵਾਸਤੇ ਗੁਰੂ ਸਾਹਿਬ ਨੇ ਆਪ ਹੀ ਸਵਾਲ ਕੀਤਾ ਹੈ, ਕਿਤ ਸੰਜਮ ਇਹ ਜਾਏ। ਉਹ ਕਿਹੜਾ ਤਰੀਕਾ ਹੈ ਜਿਹਦੇ ਨਾਲ ਇਹ ਜਿਹੜੀ ਹਉਮੈ ਹੈ ਇਹ ਦੂਰ ਕੀਤੀ ਜਾ ਸਕਦੀ ਹੈ? ਗੁਰਬਾਣੀ ਦੇ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਨੇ ਇਸ ਸੰਬੰਧ ਦੇ ਵਿੱਚ ਕਿ ਹਉਮੈ ਨੂੰ ਕਿੱਦਾਂ ਖਤਮ ਕੀਤਾ ਜਾ ਸਕਦਾ ਹੈ। ਉਹਨਾਂ ਵਿੱਚੋਂ ਜੇ ਆਪਾਂ ਮੋਟੇ ਤੌਰ 'ਤੇ ਵੇਖਣਾ ਹੋਵੇ, ਸਭ ਤੋਂ ਵੱਡੀ ਜਿਹੜੀ ਹੈਗੀ ਹੈ ਉਹ ਹੈਗੀ ਅਰਦਾਸ, ਜਾਚਨਾ, ਚੰਗੇ ਕੰਮ,
ਪ੍ਰੇਰਨਾ, ਗੁਰੂ ਦੀ ਸ਼ਰਨ, ਪ੍ਰਭੂ ਦੀ ਕਿਰਪਾ, ਗੁਰੂ ਦੁਆਰਾ ਗੁਰਮੁਖ ਬਣਨਾ, ਗੁਰੂ ਦੀ ਸੇਵਾ, ਸਤ ਸੰਗਤ, ਗੁਰਬਾਣੀ, ਨਾਮ ਸਿਮਰਨ, ਆਤਮਿਕ ਅਡੋਲਤਾ ਤੇ ਭਰੋਸਾ। ਜਿਹੜੀ ਗੱਲ ਪਿਛਲੇ ਹਫ਼ਤੇ ਗੱਲ ਕੀਤੀ ਸੀ ਨਾ ਭਰੋਸੇ ਦੀ, ਭਈ ਕਈ ਵਾਰੀ ਏਦਾਂ ਲੱਗਦਾ ਕਿ ਬੰਦਾ ਹੰਕਾਰਿਆ ਹੋਇਆ ਹੈ, ਪਰ ਉਹ ਆਪਣੇ ਗੁਰੂ ਤੇ ਭਰੋਸਾ ਉਹਨੂੰ ਇੰਨਾ ਜ਼ਿਆਦਾ ਹੁੰਦਾ ਕਿ ਉਹ ਦੂਸਰਿਆਂ ਦੇ ਉੱਤੇ ਕੋਈ ਪਰਵਾਹ ਨਹੀਂ ਕਰਦਾ, ਦੂਸਰੇ ਹੋਰ ਕਿਸੇ ਦੀ ਵੀ। ਇਸੇ ਤਰੀਕੇ ਦੇ ਨਾਲ ਇਹ ਜਿਹੜੇ ਸਾਰੇ ਤਰੀਕੇ ਨੇ, ਭਈ ਤੁਸੀਂ ਪਹਿਲੀ ਗੱਲ ਤਾਂ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਦੱਸਿਆ ਇਹਦਾ, ਉਹ ਹੈਗੀ ਜਾਚਨਾ। ਭਈ ਤੁਸੀਂ ਵਾਹਿਗੁਰੂ ਦੇ ਅੱਗੇ ਅਰਦਾਸ ਕਰਨੀ ਹੈ, ਤੁਸੀਂ ਸਤਿਗੁਰ ਭੀਖਿਆ ਦੇ, ਸਤਿਗੁਰ ਭੀਖਿਆ ਦੇ ਮੈਂ ਤੂੰ ਸਮਰੱਥ ਦਾਤਾਰ, ਹਉਮੈ ਗਰਭ ਨਿਵਾਰੀਐ ਕਾਮ ਕ੍ਰੋਧ ਅਹੰਕਾਰ। ਇਹ ਅਰਦਾਸ ਰੂਪ ਦੇ ਵਿੱਚ। ਜਦੋਂ ਅਸੀਂ ਅਰਦਾਸ ਰੂਪ 'ਚ ਕਰਕੇ ਗੁਰੂ ਸਾਹਿਬ ਦੇ ਨਾਲ ਗੱਲ ਕਰਦੇ ਹਾਂ, ਪਤਿਤ ਪਾਵਨ ਪ੍ਰਭ ਬਿਰਧ ਤੁਮਾਰੋ, ਹਮਰੇ ਦੋਖ ਹਿਰਦੇ ਮਤ ਧਾਰੋ, ਜੀਵਨ ਪ੍ਰਾਨ ਹਰ ਧਨ ਸੁਖ ਤੁਮ ਹੀ, ਹਉਮੈ ਪਟਲ ਕਿਰਪਾ ਕਰ ਜਾਰੋ। ਵੀ ਤੁਸੀਂ ਮੇਰੇ ਕੁਝ ਨਹੀਂ ਹੈ, ਮੇਰੇ 'ਚ ਕੋਈ ਗੁਣ ਨਹੀਂ ਹੈ, ਮੈਂ ਤੇਰੇ ਦਰ ਦੇ ਉੱਤੇ ਆ ਗਿਆ, ਹੁਣ ਤੁਸੀਂ ਕਿਰਪਾ ਕਰੋ, ਮੇਰਾ ਜਿਹੜਾ ਹਉਮੈ ਦਾ ਜਿਹੜਾ ਦੁੱਖ ਆ ਇਹਨੂੰ ਸਾੜ ਦਿਓ। ਇਹਨੂੰ ਅਸੀਂ ਜਾਚਨਾ ਜਾਂ ਅਰਦਾਸ ਦਾ ਜਿਹੜਾ ਸਟੇਜ ਹੈ ਉਹ ਕਹਿੰਦੇ ਹਾਂ। ਜਦੋਂ ਅਸੀਂ ਇਸ ਤਰੀਕੇ, ਬੇਸ਼ੱਕ ਸਾਨੂੰ ਲੱਗਦਾ ਕਿ ਸਾਨੂੰ ਹਉਮੈ ਨਹੀਂ ਹੈ, ਪਰ ਉਸ ਦੇ ਬਾਵਜੂਦ ਵੀ ਇਹੋ ਜਿਹੀਆਂ ਗੱਲਾਂ, ਇਹੋ ਜਿਹਾ ਸਾਧਨ ਹੁੰਦੇ ਨੇ ਜਦੋਂ ਦਰਅਸਲ ਹਉਮੈ ਹੁੰਦੀ ਹੈ, ਪਰ ਸਾਨੂੰ ਲੱਗਦਾ ਹਉਮੈ ਨਹੀਂ ਹੈ। ਕਈ ਵਾਰੀ ਆਪਾਂ ਆਮ ਜ਼ਿੰਦਗੀ ਦੇ ਵਿੱਚ ਵੇਖਦੇ ਹਾਂ, ਬਹੁਤ ਸਾਰੇ ਆਪਾਂ ਸਿੱਖਾਂ ਦੀ ਗੱਲ ਕਰ ਲਈਏ, ਦੇਖਣ ਨੂੰ ਗੁਰਸਿੱਖ ਲੱਗਦੇ, ਦੂਜੇ ਨੂੰ ਸਾਹਮਣੇ ਆਉਂਦੇ ਨੂੰ ਵੇਖ ਕੇ ਬੜੇ ਝੁਕ ਕੇ ਗੋਡੀ ਹੱਥ ਲਾ ਕੇ ਬੜੇ ਨੀਵੇਂ ਹੋ ਕੇ ਫਤਿਹ ਬੁਲਾਉਂਦੇ ਨੇ, ਪਰ ਜਦੋਂ ਉਹ ਲੰਘ ਜਾਂਦੇ ਨੇ ਫਿਰ ਤੁਸੀਂ ਉਹਨਾਂ ਦੀ ਗੱਲ ਸੁਣੋ ਤੇ ਉਹਨਾਂ ਬਾਰੇ ਹੀ ਉਹ ਹੋਰ ਕਿਸਮ ਦੇ ਬਚਨ ਬੋਲਦੇ ਨੇ। ਇਹ ਜਿਹੜਾ ਸਾਰਾ ਕੁਝ ਹੈ ਇਹ ਗੁਰੂ ਨੇ ਪ੍ਰਵਾਨ ਨਹੀਂ ਕੀਤਾ। ਜਦੋਂ ਮੈਂ ਗੱਲ ਕੀਤੀ ਕਿ ਧਾਰਮਿਕ ਹੋਣ ਦੀ ਜਿਹੜੀ ਹਉਮੈ ਹੈ ਉਹ ਬੜੀ ਖਤਰਨਾਕ ਹੈ। ਮਨੁੱਖ ਨੂੰ ਇਹ ਜਿਹੜਾ ਵਹਿਮ ਪੈ ਗਿਆ ਨਾ, ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਭਈ ਸਿਰਫ ਜਿਹੜੀ ਹਿਸਾਬ 'ਚ ਲੇਖੇ ਵਿੱਚ ਗੱਲ ਹੈ ਉਹ ਤਾਂ ਇੱਕ ਹੈ, ਉਹ ਕਿਹੜੀ? ਉਹ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ, ਵਾਹਿਗੁਰੂ ਪਰਮਾਤਮਾ ਦੀ ਵਡਿਆਈ, ਹਰ ਗੱਲ ਦੇ ਵਿੱਚ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦਾ ਅਹਿਸਾਸ ਕਰਕੇ ਰੱਖਣਾ। ਗੱਲ ਤਾਂ ਸਾਰੀ ਇੰਨੀ ਹੈ। ਨਹੀਂ ਤਾਂ ਜਿੰਨਾ ਮਰਜ਼ੀ ਪੜ੍ਹੀਏ, ਪੜ ਗੱਡੀ ਲੱਦੀ ਹੈ, ਪੜ ਪਾਈਏ, ਮਤਲਬ ਜਿੰਨਾ ਮਰਜ਼ੀ ਕਰ ਲਈਏ ਅਸੀਂ, ਜਿੰਨਾ ਮਰਜ਼ੀ, ਉਹਦੇ ਨਾਲ ਹਉਮੈ ਝਖਣਾ ਝਾਕ ਹੀ ਹੈ। ਹਉਮੈ ਦਾ ਹੀ ਵਾਧਾ ਹੁੰਦਾ, ਹੋਰ ਕੁਝ ਨਹੀਂ ਹੁੰਦਾ। ਜਦੋਂ ਤੱਕ ਸਾਨੂੰ ਗੁਰੂ ਦੇ ਦਰ ਤੇ ਢਹਿ ਪੈਣ ਦੀ ਜਾਚ ਨਹੀਂ ਆ ਜਾਂਦੀ, ਗੁਰੂ ਕੋਲੋਂ ਅਰਦਾਸ ਕਰਨ ਦੀ, ਜਾਚਨਾ ਕਰਨ ਦੀ ਜਾਚ ਨਹੀਂ ਆ ਜਾਂਦੀ ਕਿ ਹੇ ਵਾਹਿਗੁਰੂ ਮੇਰੀ ਵੱਸ ਹੈ, ਇਹ ਜਿਹੜਾ ਰੋਗ ਹੈ ਮੇਰੇ ਵੱਸ ਵਿੱਚ ਨਹੀਂ ਹੈ। ਜਦੋਂ ਕੋਈ ਸਰੀਰਕ ਤੌਰ ਤੇ ਵੱਡੀ ਬਿਮਾਰੀ ਲੱਗਦੀ ਹੈ ਤੇ ਅਸੀਂ ਦੌੜ ਕੇ ਡਾਕਟਰ ਦੇ ਕੋਲ ਜਾਂਦੇ ਹਾਂ। ਜੇ ਡਾਕਟਰ ਕੋਲੋਂ ਨਹੀਂ ਹੁੰਦੀ ਠੀਕ ਤੇ ਫਿਰ ਉਹ ਸਾਨੂੰ ਸਪੈਸ਼ਲਿਸਟ ਦੇ ਕੋਲ ਰੈਫਰ ਕਰ ਦਿੰਦਾ। ਹਸਪੀਟਲ ਚਲੇ ਜਾਂਦੇ ਹਾਂ, ਕੰਸਲਟੈਂਟ ਦੇ ਨਾਲ ਅਪਾਇੰਟਮੈਂਟ ਬਣਾਉਂਦੇ ਹਾਂ, ਉਹ ਫਿਰ ਜੋ ਕਹਿੰਦਾ ਉਹੀ ਅਸੀਂ ਕਰਦੇ ਹਾਂ, ਦਵਾਈ ਲੈਂਦੇ ਹਾਂ, ਪਰਹੇਜ਼ ਕਰਦੇ ਹਾਂ, ਕਈ ਵਾਰੀ ਆਪਰੇਸ਼ਨ ਵੀ ਕਰਾਉਂਦੇ ਹਾਂ, ਪਰ ਉਸ ਦੇ ਬਾਅਦ ਫਿਰ ਅਸੀਂ ਆਪਣੇ ਸਰੀਰ ਦੀ ਉਸ ਬਿਮਾਰੀ ਹੈ ਜਿਹੜੀ ਉਹਨੂੰ ਦੂਰ ਹੋ ਸਕਣ ਦੀ ਆਸ ਰੱਖਦੇ ਹਾਂ ਕਿ ਸਾਡੀ ਬਿਮਾਰੀ ਦੂਰ ਹੋ ਜੂਗੀ। ਪਰ ਇਹ ਤਰੀਕੇ ਦੇ ਨਾਲ ਕਿ ਸਾਨੂੰ ਉਸ ਡਾਕਟਰ ਦੇ ਉੱਤੇ ਪੂਰਨ ਤੌਰ ਤੇ ਵਿਸ਼ਵਾਸ ਹੁੰਦਾ ਹੈ ਕਿ ਇਹਨੇ ਜਿਹੜੀ ਮੈਨੂੰ ਦਵਾਈ ਦਿੱਤੀ ਹੈ ਮੈਨੂੰ ਇਹਦੇ ਨਾਲ ਆਰਾਮ ਆ ਜਾਣਾ ਹੈ। ਇਸੇ ਤਰ੍ਹਾਂ ਜਦੋਂ ਤੱਕ ਮਾਨਸਿਕ ਤੌਰ ਤੇ ਅਸੀਂ ਆਪਣੇ ਗੁਰੂ ਤੇ ਪੂਰਨ ਤੌਰ ਤੇ ਭਰੋਸਾ ਰੱਖ ਕੇ, ਮਾਣ ਰੱਖ ਕੇ ਆਪਣੇ ਗੁਰੂ ਤੇ, ਉਹਦੀ ਸ਼ਰਨ ਵਿੱਚ ਜਾ ਕੇ ਬਗੈਰ ਕੋਈ ਸਵਾਲ ਕੀਤਿਆਂ ਉਹਦਾ ਹੁਕਮ ਮੰਨ ਕੇ ਆਪਣਾ ਜੀਵਨ ਗੁਜ਼ਾਰਾਂਗੇ, ਜਦੋਂ ਫਿਰ ਹਉਮੈ ਦਾ ਜਿਹੜਾ ਇਹ ਮਾਨਸਿਕ ਰੋਗ ਹੈ ਇਹ ਤੋਂ ਛੁਟਕਾਰਾ ਹੋ ਸਕਦਾ ਹੈ। ਇਹ ਜਿਹੜਾ ਕਿ ਸਿੱਖ ਧਰਮ ਹੈ ਹੀ ਵਿਸ਼ਵਾਸ ਦਾ, ਅਤੇ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ, ਜਿਸ ਸਮੇਂ ਵਿੱਚ ਅਸੀਂ ਲੰਘ ਰਹੇ ਹਾਂ, ਉਹਦੇ ਵਿੱਚ ਇਹ ਸਾਨੂੰ ਬੜੀ ਬਿਮਾਰੀ ਹੈ ਕਿ ਅਸੀਂ ਹਰ ਇੱਕ ਸਵਾਲ ਦਾ ਜਵਾਬ ਧਾਰਮਿਕ ਤੌਰ ਦੇ ਉੱਤੇ ਅਸੀਂ ਉਹਨੂੰ ਬੜਾ ਤੋੜ ਮਾਪ ਕੇ, ਇਹ ਜੀ ਸਾਇੰਸ ਇੱਦਾਂ ਕਹਿੰਦੀ, ਇਹ ਇੱਦਾਂ ਨਹੀਂ ਹੋ ਸਕਦਾ,
ਇਹ ਆ ਨਹੀਂ ਹੋ ਸਕਦਾ। ਪਰ ਸਿੱਖ ਧਰਮ ਵਿਸ਼ਵਾਸ ਅਤੇ ਸ਼ਰਧਾ ਦਾ ਧਰਮ ਹੈ। ਜੇ ਸਾਨੂੰ 100% ਵਿਸ਼ਵਾਸ ਨਹੀਂ, ਪਾਸੇ ਨੇ ਡਾਕਟਰ ਦੀ ਐਗਜ਼ਾਮਪਲ ਦਿੱਤੀ ਹੈ, ਜੇ ਮਰੀਜ਼ ਨੂੰ ਵਿਸ਼ਵਾਸ ਹੈ ਕਿ ਮੈਨੂੰ ਉਹਨੂੰ ਦਵਾਈ ਦਿੱਤੀ ਹੈ ਮੈਂ ਠੀਕ ਹੋ ਜਾਣਾ, ਤੇ ਅੱਧੀ ਬਿਮਾਰੀ ਉਹਦੇ ਵਿਸ਼ਵਾਸ ਤੇ ਚੱਲ ਜਾਂਦੀ ਹੈ। ਸਾਨੂੰ ਗੁਰੂ ਸਾਹਿਬ ਤੇ ਬਾਰ-ਬਾਰ ਇਹ ਕਹਿੰਦੇ ਆ ਕਿ 100% ਆਪਣੇ ਆਪ ਨੂੰ ਸਬਮਿਸ਼ਨ ਕਰਕੇ ਗੁਰੂ ਸਾਹਿਬ ਦੇ ਉੱਤੇ ਵਿਸ਼ਵਾਸ ਕਰਨਾ ਪੈਣਾ ਹੈ ਕਿ ਜੋ ਗੁਰੂ ਨੇ ਸਾਨੂੰ ਆਖਿਆ ਹੈ, ਜੋ ਸਤਿਗੁਰੂ ਨੇ ਸਾਨੂੰ ਸਿੱਖਿਆ ਦਿੱਤੀ ਹੈ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਕਥਾ ਨਿਰਾਲੀ। ਉਹਦਾ ਹੁਕਮ ਉਹ ਸਾਨੂੰ 100% ਬਿਨਾਂ ਕਿਸੇ ਝਿਜਕ ਤੇ, ਬਿਨਾਂ ਤੂੰ ਕਰਨ ਦੇ ਜਾਂ ਮੈਂ ਕਰਨ ਤੇ ਉਹ ਮੰਨਣਾ ਪੈਣਾ ਹੈ। ਅਤੇ ਜਦੋਂ ਅਸੀਂ ਇਸ ਅਵਸਥਾ ਤੇ ਪਹੁੰਚ ਗਏ, ਸਭ ਕੁਝ ਤਿਆਗ ਕੇ ਹੁਣ ਗੁਰੂ ਸਾਹਿਬ ਹੀ ਹੈ ਜੋ ਇਹਨੇ ਕਹਿ ਦਿੱਤਾ, ਜੋ ਸੱਚੇ ਪਾਤਸ਼ਾਹ ਜੀ ਗੁਰੂ ਸਾਹਿਬ ਨੇ ਕਿਹਾ, ਅਸੀਂ ਉਹਦੇ ਉੱਤੇ ਸਾਨੂੰ ਚੰਗਾ ਕੋਲ ਲੋਕੀ ਚੰਗਾ ਕਹਿਣ, ਲੋਕੀ ਮਾੜਾ ਕਹਿਣ, ਪਰ ਹਮ ਤਮ ਦਿਓ ਹਟਾ, ਫਿਰ ਜਾ ਕੇ ਮੰਜ਼ਿਲ ਤੇ ਪਹੁੰਚੀਦਾ ਹੈ। ਪਰ ਇਹ ਰਸਤਾ ਹੈ ਬੜਾ ਔਖਾ, ਵਿਸ਼ਵਾਸ ਕਰਨਾ, ਖਾਸ ਕਰਕੇ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜਦੋਂ ਬੜੀਆਂ ਰਿਚੜਾਂ ਅਤੇ ਅੱਜ ਕੱਲ੍ਹ ਸਾਡੇ ਪ੍ਰਚਾਰਕ ਵੀ ਤਰ੍ਹਾਂ ਦੀਆਂ ਐਗਜ਼ਾਮਪਲਾਂ ਦਿੰਦੇ। ਮੈਂ ਤਾਂ ਸੁਣ ਕੇ ਹੈਰਾਨ ਹੋਈ ਜਾਂਦਾ। ਜੋ ਪੜ੍ਹਦਾ ਟਿਪੀਕਲ ਐਗਜ਼ਾਮਪਲ ਹੈ, ਭਾਸ਼ਾ ਜੀ ਮੈਂ ਨਾਂ ਤਾਂ ਨਹੀਂ ਲੈਣਾ, ਉਹ ਕਹਿੰਦਾ ਜੀ ਜੇ ਕਿਸੇ ਨੇ ਪੱਗ ਲਾ ਦਿੱਤੀ, ਕਿਸੇ ਦੀ ਸਿਰ ਨੰਗਾ ਹੋ ਗਿਆ ਤਾਂ ਫੇਰ ਕੀ ਕਹਿੰਦਾ, ਲੋੜਾ ਆ ਗਿਆ। ਕਹਿੰਦਾ ਸਿੱਖ ਹੈ, ਕੀ ਲੋੜਾ ਆ ਗਿਆ? ਕਹਿੰਦਾ ਜੇ ਗੁਰੂ ਅਰਜਨ ਦੇਵ ਜੀ ਤੱਤੀਆਂ ਤਵੀਆਂ ਤੇ ਬੈਠੇ ਸੀ ਤਾਂ ਉਹਨਾਂ ਨੇ ਕੋਈ ਪੱਗ ਲਾਈ ਸੀ, ਉਹਨਾਂ ਕਿਹੜਾ ਕਿਹਾ ਸੀ ਮੇਰੇ ਦੋਹਰਾ ਦਮਾਲਾ ਬੰਨ੍ਹ ਦਿਓ। ਲੈ ਕਿਹੜੀ ਐਗਜ਼ਾਮਪਲ ਦਿੰਦੇ ਨੇ, ਕਿੱਥੋਂ ਲਿਆ ਕੇ ਕਿੱਥੇ ਟਿਕਾਉਂਦੇ ਨੇ? ਇਹ ਲੋਕਾਂ ਨੂੰ ਨਿਸ਼ਾਨਕ ਬਣਾਉਣ ਦੀਆਂ ਪੂਰੀ ਨਿਸ਼ਾਨੀਆਂ ਨੇ। ਕਹਿੰਦੇ ਆਪਣੇ ਆਪ ਨੂੰ ਗਿਆਨੀ ਨੇ, ਇਹ ਆਪਣੀਆਂ ਕਮਜ਼ੋਰੀਆਂ ਹੁੰਦੀਆਂ ਨੇ ਡਾਕਟਰ ਸਾਹਿਬ, ਮਨ ਹਰਾਮੀ ਹੁਜਤਾਂ ਢੇਰ, ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਇਸ ਤਰੀਕੇ ਦੇ ਨਾਲ ਪ੍ਰਚਾਰੀਆਂ ਜਾਂਦੀਆਂ। ਉਸ ਤੋਂ ਬਾਅਦ ਡਾਕਟਰ ਸਾਹਿਬ ਅਗਲੀ ਜਿਹੜੀ ਗੱਲ ਹੈ ਨਾ ਵੀ ਇਹਨੂੰ ਹਉਮੈ ਨੂੰ ਦੂਰ ਕਰਨ ਦੇ ਰਸਤੇ 'ਚ ਉਹ ਆ ਪ੍ਰੇਰਨਾ ਦੂਜੇ ਨੂੰ ਨਹੀਂ, ਆਪਣੇ ਆਪ ਨੂੰ। ਜਿਵੇਂ ਮਨ ਰੇ ਗੁਰਮੁਖ ਅਗਨ ਨਿਵਾਰ, ਗੁਰ ਕਾ ਕਰਿਆ ਮਨ ਵਸੈ, ਹਉਮੈ ਤ੍ਰਿਸ਼ਨਾ ਮਾਰ। ਗੁਰ ਕਾ ਕਰਿਆ ਮਨ ਵਸੈ, ਹਉਮੈ ਤ੍ਰਿਸ਼ਨਾ ਮਾਰ। ਹਉਮੈ ਤੇ ਤ੍ਰਿਸ਼ਨਾ ਨੂੰ ਮਾਰ, ਗੁਰੂ ਦਾ ਹੁਕਮ ਜਿਹੜਾ ਆਪਣੇ ਮਨ 'ਚ ਵਸਾ ਕੇ। ਪਰ ਅਸੀਂ ਪ੍ਰੇਰਨਾ ਆਪਣੇ ਆਪ ਨੂੰ ਦੇਣ ਦੀ ਬਜਾਏ ਦੂਜੇ ਨੂੰ ਜਾ ਦਿੰਦੇ ਹਾਂ। ਮੈਂ ਅੱਜ ਇੱਕ ਧਿਆਨ 'ਚ ਹੋਰ ਗੱਲ ਆਈ, ਪਰਸ਼ੀਆ ਦਾ ਹੀ ਇੱਕ ਸੂਫੀ ਫਕੀਰ ਹੋਇਆ ਰੂਮੀ, ਬਹੁਤ ਮਸ਼ਹੂਰ ਸੀ ਉਹ। ਅੱਜ ਕੱਲ੍ਹ ਜਿਸ ਇਲਾਕੇ ਨੂੰ ਈਰਾਨ ਕਿਹਾ ਜਾਂਦਾ ਹੈ, ਇਹ ਮਤਲਬ ਇਸਲਾਮ ਤੋਂ ਵੀ ਪਹਿਲਾਂ, ਹਜ਼ਰਤ ਮੁਹੰਮਦ ਸਾਹਿਬ ਤੋਂ ਵੀ ਪਹਿਲਾਂ ਹੋਇਆ ਇਹ ਰੂਮੀ, ਵਰਡ ਫੇਮਸ ਹੈ। ਉਹ ਲਿਖਦਾ ਇੱਕ ਜਗ੍ਹਾ, ਕਹਿੰਦਾ ਜਦੋਂ ਮੈਂ ਛੋਟਾ ਸੀ ਨਾ ਤੇ ਮੇਰੇ 'ਚ ਬੜਾ ਹੌਸਲਾ ਸੀ, ਤੇ ਮੈਂ ਕਹਿੰਦਾ ਸੀ ਮੈਂ ਜਦੋਂ ਵੱਡਾ ਹੋਇਆ ਮੈਂ ਪੂਰਾ ਸੰਸਾਰ ਬਦਲ ਦੇਣਾ। ਜਦੋਂ ਮੈਂ ਜਵਾਨ ਹੋਇਆ ਤੇ ਮੈਂ ਪੂਰਾ ਸੰਸਾਰ ਬਦਲਣ ਵਾਸਤੇ ਬੜੀਆਂ ਕੋਸ਼ਿਸ਼ਾਂ ਕੀਤੀਆਂ। ਜਦੋਂ ਮੈਂ ਥੋੜਾ ਜਿਹਾ ਜਵਾਨੀ ਦੇ ਅਖੀਰ ਜਿਹੇ ਤੇ ਪਹੁੰਚਣ ਲੱਗਾ ਤੇ ਮੈਨੂੰ ਲੱਗਾ ਕਿ ਸੰਸਾਰ ਤਾਂ ਬਦਲਿਆ ਨਹੀਂ ਜਾਣਾ ਮੇਰੇ ਕੋਲ, ਮੈਂ ਘੱਟੋ ਘੱਟ ਆਪਣਾ ਆਲਾ ਦੁਆਲਾ ਹੀ ਬਦਲ ਲਾਂ, ਆਪਣਾ ਪਰਿਵਾਰ ਹੀ ਬਦਲ ਲਵਾਂ। ਮੈਂ ਉਹਦੇ ਵਾਸਤੇ ਬੜੀ ਕੋਸ਼ਿਸ਼ ਕੀਤੀ। ਜਦੋਂ ਸਾਰੀ ਜਵਾਨੀ ਵੀ ਲੰਘ ਗਈ, ਬੁਢਾਪਾ ਆਉਣਾ ਸ਼ੁਰੂ ਹੋਇਆ, ਫਿਰ ਮੈਂ ਸੋਚਿਆ ਚਲੋ ਬਾਹਲਾ ਲੰਮਾ ਚੌੜਾ ਪਰਿਵਾਰ ਕਾਹਨੂੰ ਸੁਧਾਰਨਾ, ਆਪਣੇ ਬੱਚਿਆਂ ਨੂੰ ਤੇ ਆਪਣੀ ਘਰ ਵਾਲੀ ਨੂੰ ਜਾਂ ਆਪਣਾ ਜਿਹੜਾ ਛੋਟਾ ਪਰਿਵਾਰ ਹੈ ਉਹਨੂੰ ਸੁਧਾਰ ਲਈਏ। ਉਹ ਵੀ ਕਹਿੰਦਾ ਜਦੋਂ ਸੁਧਰ ਨਾ ਸਕਿਆ, ਜਦੋਂ ਮੈਂ ਅਖੀਰਲਾ ਸਮਾਂ ਆ ਗਿਆ, ਉਸ ਵੇਲੇ ਮੈਂ ਦੇਖਿਆ ਵੀ ਮੈਂ ਸਾਰੀ ਉਮਰ ਲਗਾ ਦਿੱਤੀ, ਕਦੇ ਦੁਨੀਆ ਨੂੰ ਬਦਲਦਾ ਰਿਹਾ, ਕਦੇ ਕਬੀਲੇ ਨੂੰ ਬਦਲਦਾ ਰਿਹਾ, ਕਦੇ ਆਪਣੇ ਪਰਿਵਾਰ ਨੂੰ ਬਦਲਦਾ ਰਿਹਾ, ਪਰ ਕੁਝ ਵੀ ਨਹੀਂ ਹੋ ਸਕਿਆ। ਫਿਰ ਮੈਨੂੰ ਸਮਝ ਆਈ ਕਿ ਨਹੀਂ, ਮੈਨੂੰ ਇਹ ਕੁਝ ਵੀ ਨਹੀਂ ਕਰਨਾ ਚਾਹੀਦਾ ਸੀ, ਮੈਨੂੰ ਤਾਂ ਸਿਰਫ ਆਪਣਾ ਆਪ ਬਦਲਣਾ ਚਾਹੀਦਾ ਸੀ। ਜੇ ਮੈਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੁੰਦੀ ਤੇ ਮੇਰੇ ਵੱਲ ਵੇਖ ਕੇ ਇਹਨਾਂ ਸਾਰਿਆਂ ਨੇ ਆਪਣੇ ਆਪ ਹੀ ਬਦਲ ਜਾਣਾ ਸੀ। ਹਾਂਜੀ, ਇਸੇ ਤਰ੍ਹਾਂ ਅੱਜ ਅਸੀਂ ਦੂਸਰੇ ਨੂੰ ਬਦਲਣਾ ਚਾਹੁੰਦੇ ਹਾਂ, ਦੂਜੇ ਨੂੰ ਸਵਾਲ ਕਰਦੇ ਹਾਂ ਕਿ ਤੂੰ ਕਿੰਨੀਆਂ ਬਾਣੀਆਂ ਦਾ ਨਿਤਨੇਮ ਕਰਦਾ ਹੁੰਦਾ, ਤੂੰ ਕਿੰਨੇ ਵਜੇ ਜਾਗਦਾ ਹੁੰਦਾ ਹੈ, ਅੱਛਾ ਤੂੰ ਸਿਰਫ ਇੰਨਾ ਹੀ ਪੜ੍ਹਦਾ ਹੁੰਦਾ, ਮੈਂ ਇੰਨੀਆਂ ਬਾਣੀਆਂ ਪੜ੍ਹਦਾ ਹੁੰਦਾ। ਕਈ ਸ਼ਖਸ ਐਸੇ ਨੇ ਕਿ ਉਹ ਮਤਲਬ ਕਹਿਣਗੇ ਵੀ ਅਸੀਂ ਤਾਂ ਮਤਲਬ 50 ਜਪਜੀ ਸਾਹਿਬ ਦੇ ਪਾਠ ਤੇ ਇੰਨੇ ਸੁਖਮਨੀ ਸਾਹਿਬ ਦੇ ਪਾਠ ਕਰਦੇ ਹਾਂ, ਤੇ ਜਦੋਂ ਵਰਕਆਊਟ ਕਰਕੇ ਦੇਖੋ
ਤੇ 24 ਘੰਟਿਆਂ ਦੇ ਵਿੱਚ ਉਦੋਂ ਅੱਧੇ ਵੀ ਨਹੀਂ ਹੋ ਸਕਦੇ ਹੁੰਦੇ ਜਿੰਨੇ ਉਹ ਦਾਅਵਾ ਕਰ ਰਹੇ ਹੁੰਦੇ ਨੇ। ਇਹ ਸਾਰੀਆਂ ਹਉਮੈ ਦੀਆਂ ਨਿਸ਼ਾਨੀਆਂ ਨੇ। ਪਰ ਇਸ ਜਿਹੜੀ ਅਵਸਥਾ ਹੈ ਨਾ, ਇਹਦੇ ਬਾਰੇ ਗੁਰੂ ਸਾਹਿਬ ਕਹਿੰਦੇ ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਝਖਣਾ। ਉਹ ਜਿਹੜੀ ਮਤਲਬ ਸਾਰੀ ਇਹਦੇ ਨਾਲ ਉਹ ਹੰਕਾਰ ਨੂੰ ਜਿਹੜੀ ਵਧਾਉਣ ਵਾਲੀ ਗੱਲ ਹੈ ਉਹ ਹੀ ਹੈ। ਚਾਹੀਦਾ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਪ੍ਰੇਰਨਾ ਕਰਕੇ ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ ਹਰ ਜੀਉ ਸਦਾ ਧਿਆਏ ਤੂੰ ਗੁਰਮੁਖ ਏਕ ਏੰਕਾਰ। ਆਪਣੇ ਆਪ ਨੂੰ ਬਿਨ ਗੁਰ ਪ੍ਰੀਤ ਨਾ ਉਪਜੈ ਹਉਮੈ ਮੈਲ ਨਾ ਜਾਏ। ਬਿਨ ਗੁਰ ਪ੍ਰੀਤ ਨਾ ਉਪਜੈ ਹਉਮੈ ਮੈਲ ਨਾ ਜਾਏ। ਗੁਰੂ ਤੋਂ ਬਗੈਰ ਉਹ ਵਾਹਿਗੁਰੂ ਦੇ ਨਾਲ ਪ੍ਰੀਤ ਨਹੀਂ ਪੈਦਾ ਹੁੰਦੀ ਤੇ ਹਉਮੈ ਦੀ ਜਿਹੜੀ ਮੈਲ ਹੈ ਇਹ ਦੂਰ ਨਹੀਂ ਜਾਂਦੀ। ਤਜ ਹਉਮੈ ਗੁਰ ਗਿਆਨ ਭਜੋ ਮਿਲ ਸੰਗਤ ਧੁਰ ਕਰਮ ਲਿਖਿਓ। ਮਿਲ ਸੰਗਤ ਧੁਰ ਕਰਮ ਲਿਖਿਓ। ਸੰਗਤ ਇਹਦੇ ਨਾਲ ਹੀ ਜਿਹੜੀ ਹਉਮੈ ਨੂੰ ਖਤਮ ਕਰਨ ਦੀ ਜਿਹੜਾ ਇੱਕ ਅਗਲਾ ਇਲਾਜ ਹੈ ਉਹ ਸੰਗਤ ਹੈ। ਸੰਗਤ ਵਿੱਚ ਜਾ ਕੇ ਬੈਠਣਾ, ਜਿੱਥੇ ਆਪਣੇ ਆਪ ਦਾ ਜਿਹੜਾ ਹੰਕਾਰ ਹੈ ਉਹਨੂੰ ਥੋੜ੍ਹੀ ਜਿਹੀ ਮਤਲਬ ਸ਼ਾਂਤੀ ਮਿਲਦੀ ਹੈ ਜਦੋਂ ਅਸੀਂ ਸਾਰਿਆਂ ਦੇ ਬਰਾਬਰ ਬੈਠਦੇ ਹਾਂ। ਪਰ ਕਈ ਵਾਰੀ ਸਾਡਾ ਹਾਲ ਅੱਜ ਕੱਲ੍ਹ ਇਹ ਹੈ ਕਿ ਅਸੀਂ ਸੰਗਤ ਵਿੱਚ ਬੈਠ ਕੇ ਵੀ ਸੰਗਤ ਦੇ ਹਿੱਸੇਦਾਰ ਸੰਗਤ ਬਣਦੇ ਹੀ ਨਹੀਂ। ਉੱਥੇ ਵੀ ਸਾਡਾ ਹੰਕਾਰ ਜਿਹੜਾ ਹੈ ਉਹ ਪਿੱਛਾ ਨਹੀਂ ਛੱਡਦਾ। ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਇੱਕ ਵਾਰੀ ਲਿਖਿਆ ਸੀ, ਸਾਡੀ ਤਰਾਸਦੀ ਇਹ ਹੈ ਕਿ ਅਸੀਂ ਅਣਰੰਗੇ ਮਨਾਂ ਵਾਲੇ ਲੋਕਾਂ ਦੀ ਭੀੜ ਨੂੰ ਸੰਗਤ ਸਮਝੀ ਬੈਠੇ ਹਾਂ। ਪਰ ਜਦੋਂ ਅਸੀਂ ਅਣਰੰਗੇ ਮਨ ਵਾਲੇ ਹੋਈਏ ਫਿਰ ਉਹ ਇੱਥੇ ਗੱਲ ਟੁੱਕਦੀ ਹੈ। ਦੂਜੇ ਨੂੰ ਅਣਰੰਗੇ ਕਹਿਣਾ, ਦੂਜਿਆਂ ਪ੍ਰਤੀ ਸਵਾਦ ਪੈਦਾ ਕਰਨੇ ਜਿਹੜੇ ਹੈ, ਇਹਦੇ ਨਾਲ ਹਉਮੈ ਦੂਰ ਨਹੀਂ ਹੁੰਦੀ। ਹਉਮੈ ਤਦੇ ਦੂਰ ਹੁੰਦੀ ਹੈ ਜਦੋਂ ਇਹ ਅਹਿਸਾਸ ਹੋਵੇ ਹਮ ਨਹੀਂ ਚੰਗੇ ਬੁਰਾ ਨਹੀਂ। ਸੰਗਤ ਵਿੱਚ ਬੈਠ ਕੇ ਇਹ ਜਿਹੜਾ ਅਹਿਸਾਸ ਹੈ ਇਹ ਪੈਦਾ ਹੁੰਦਾ ਹੈ ਕਿ ਜਿਹੜੇ ਮੇਰੇ ਆਸ-ਪਾਸ ਬੈਠੇ ਨੇ ਇਹ ਸਾਰੇ ਮੇਰੇ ਨਾਲੋਂ ਚੰਗੇ ਨੇ। ਜਪਜੀ ਸਾਹਿਬ ਦੇ ਵਿੱਚ ਜਦੋਂ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਏ। ਮੈਨੂੰ ਕਈ ਵਾਰੀ ਲੱਗਦਾ ਹੁੰਦਾ ਹੈ ਵੀ ਇਸ ਵਿਚਾਰ ਨੂੰ ਧਿਆਨ 'ਚ ਰੱਖ ਕੇ ਵੀ ਜੇ ਬੰਦੇ ਨੂੰ ਹੰਕਾਰ ਆ ਜਾਏ, ਸਭਨਾ ਜੀਆਂ ਕਾ ਇੱਕ ਦਾਤਾ, ਸਾਰਿਆਂ ਦਾ। ਜੇ ਕਿਸੇ ਨੂੰ ਜ਼ਿਆਦਾ ਦੇ ਦਿੱਤਾ ਹੈ, ਸਾਨੂੰ ਲੱਗਦਾ ਨਾ ਵੀ ਉਹਨੂੰ ਜ਼ਿਆਦਾ ਦੇ ਦਿੱਤਾ ਹੈ, ਉਹਨੂੰ ਥੋੜ੍ਹਾ ਦੇ ਦਿੱਤਾ, ਬਿਰਕੇ ਹੇਠ ਸਭ ਜਨਤਾ ਇਕੱਠੇ, ਇੱਕ ਟੱਟੇ ਤੱਤੇ ਇੱਕ ਬੋਲਣ ਮਿੱਠੇ। ਮਤਲਬ ਸਾਰਾ ਸੰਸਾਰ ਜਿਹੜਾ ਹੈ ਇਸ ਤਰ੍ਹਾਂ ਸਭਨਾ ਉੱਪਰ ਨਜ਼ਰ ਹੈ ਤੇਰੀ, ਕਿਸੇ ਥੋੜ੍ਹੀ ਕਿਸੇ ਹੈ ਕਨੇਰੀ। ਹਾਂਜੀ, ਮਤਲਬ ਦੇਖਣ ਨੂੰ ਲੱਗਦਾ ਵੀ ਉਹਨੂੰ ਜ਼ਿਆਦਾ ਨਜ਼ਰ ਕਿਉਂ ਹੈ, ਮੈਨੂੰ ਘੱਟ ਕਿਉਂ ਹੈ। ਦਰਅਸਲ ਇਹ ਸਾਰਾ ਕੁਝ ਸਾਡੀ ਆਪਣੀ ਜਿਹੜੀ ਪਹੁੰਚ ਹੈ, ਸਾਡੇ ਜਿਹੜੇ ਆਪਣੇ ਕਰਮ ਹੈ ਉਹਨਾਂ ਉੱਤੇ ਬੇਸਡ ਹੈ। ਅਸੀਂ ਆਪਣੇ ਆਪ ਨੂੰ ਬਾਰ-ਬਾਰ ਸਮਝਾਈਏ, ਮੇਰੇ ਮਨ ਹਉਮੈ ਗਰਭ ਨਿਵਾਰ। ਇਹ ਜਿਹੜਾ ਹਉਮੈ ਦਾ ਹੰਕਾਰ ਦਾ ਰੋਗ ਹੈ ਜਿਹੜਾ, ਇਹਨੂੰ ਦੂਰ ਕਰ ਤਾਂ ਕਿ ਤੇਰੇ ਅੰਦਰ ਵਾਹਿਗੁਰੂ ਪਰਮਾਤਮਾ ਜਿਹੜੀ ਜੋਤ ਹੈ ਉਹਦਾ ਟਿਕਾਅ ਹੋ ਸਕੇ। ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਨਾ ਡਾਕਟਰ ਸਾਹਿਬ, ਭਈ ਜਦੋਂ ਅਸੀਂ ਤੂੰ ਕਰਦੇ ਨੇ ਤੂੰ ਹੋਣਾ ਹੈ, ਵਾਹਿਗੁਰੂ ਵਾਹਿਗੁਰੂ ਕਰਦਿਆਂ ਨੇ ਵਾਹਿਗੁਰੂ ਵਰਗੇ ਬਣਨਾ ਹੈ, ਮੈਂ ਕਰਦਿਆਂ ਨੇ ਮੈਂ ਤੱਕ ਹੀ ਸੀਮਤ ਰਹਿ ਜਾਣਾ ਹੈ। ਤੇ ਸਾਡੇ ਜਿਹੜਾ ਜ਼ਿੰਦਗੀ ਦਾ ਨਿਸ਼ਾਨਾ ਹੈ ਉਹ ਮੈਂ ਤੋਂ ਤੂੰ ਤੱਕ ਦਾ ਸਫ਼ਰ ਹੈ। ਉਸ ਵਾਹਿਗੁਰੂ ਦੇ ਵਿੱਚ ਲੀਨ ਹੋਣ ਵਾਲੀ ਗੱਲ ਹੈ। ਉਹਦੇ ਵਿੱਚ ਲੀਨ ਹੋਣ ਵਾਸਤੇ ਉਹੋ ਜਿਹੇ ਜਿਹੜੇ ਗੁਣ ਨੇ ਉਹ ਪੈਦਾ ਕਰਨੇ ਪੈਣੇ ਆ। ਸਭ ਤੋਂ ਵੱਡਾ ਜਿਹੜਾ ਔਗਣ ਹੈ ਵੱਖਰੇ ਹੋਣ ਦਾ, ਵੱਖਰੇਪਣ ਦਾ, ਉਹ ਖਤਮ ਕਰਨਾ ਪੈਣਾ ਹੈ। ਸੋ ਇਹ ਗੱਲ ਮੁੱਕਦੀ ਹੈ ਕਿ ਆਪਣੇ ਆਪ ਨੂੰ ਸਮਝਾਉਣਾ ਪੈਣਾ ਹੈ, ਆਪਣੇ ਮਨ ਨੂੰ ਸਮਝਾਉਣਾ ਪੈਣਾ ਹੈ। ਮੇਰੇ ਮਨ ਹਉਮੈ ਗਰਭ ਨਿਵਾਰ, ਆਪਣੇ ਆਪ ਨੂੰ ਕਹਿਣਾ ਹੈ, ਬਜਾਏ ਕਿ ਅਸੀਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜਿਹੜੀ ਸਭ ਤੋਂ ਵੱਧ ਚੀਜ਼ ਦਿੱਤੀ ਜਾਂਦੀ ਹੈ ਉਹ ਹੈ ਸਿੱਖਿਆ। ਆਪ ਕਮਾਉਣੀ ਨਹੀਂ, ਦੂਸਰੇ ਨੂੰ ਕਹੀ ਜਾਣਾ, ਤੂੰ ਆਹ ਕਰ, ਤੂੰ ਆਹ ਕਰ, ਤੂੰ ਆਹ ਕਰ। ਇੱਥੇ ਸਿਰਫ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪਣੇ ਮਨ ਨੂੰ ਆਖੋ ਕਿ ਹਉਮੈ ਦਾ ਗਰਭ ਨਿਵਾਰ। ਤੇ ਜਿਸ ਤਰ੍ਹਾਂ ਪਹਿਲਾਂ ਸਾਹਿਬ ਭਾਈ ਸਾਹਿਬ ਨੇ ਇੱਕ ਪੰਕਤੀ ਪੜ੍ਹੀ, ਬਿਨ ਗੁਰ ਪ੍ਰੀਤ ਨਾ ਉਪਜੇ ਹਉਮੈ ਮੈਲ ਨਾ ਜਾਏ। ਗੁਰੂ ਤੋਂ ਬਿਨਾਂ ਪ੍ਰੀਤ ਨਹੀਂ ਉਪਜਦੀ। ਗੱਲ ਉੱਥੇ ਮੁੜ ਕੇ ਆ ਗਈ। ਗੁਰੂ ਸਿੱਖ ਵਾਸਤੇ ਗੁਰੂ ਧਾਰਨ ਕਰਨਾ ਸਭ ਤੋਂ ਪਹਿਲਾ ਇਹ ਸਬਕ ਹੈ। ਕਿਸੇ ਨੂੰ ਕੋਈ ਛੋਟ ਨਹੀਂ, ਕੋਈ ਬ੍ਰਹਮ ਗਿਆਨੀ ਹੋਵੇ, ਕੋਈ ਕੁਝ ਆਪਣੇ ਆਪ ਨੂੰ ਅਖਵਾਉਂਦਾ ਹੋਵੇ, ਪਰ ਗੁਰੂ ਵਾਲੇ ਬਣਨਾ ਪੈਣਾ। ਅਤੇ ਜਦੋਂ ਗੁਰੂ ਵਾਲੇ ਬਣ ਗਏ ਫਿਰ ਗੁਰੂ ਨੇ ਆਪਣੇ
ਬਣਿਆਂ ਦੀ ਲਾਜ ਆਪ ਰੱਖਣੀ ਹੈ ਜਦੋਂ ਅਸੀਂ ਆਪਾਂ ਤਿਆਗ ਕੇ ਗੁਰੂ ਵਾਲੇ ਬਣ ਜਾਈਏ ਕਿ ਸੱਚੇ ਪਾਤਸ਼ਾਹ ਹੁਣ ਤੇਰੇ ਬਣ ਗਏ ਹਨ, ਚੰਗੇ ਆ ਮਾੜੇ ਆ ਤੇਰੇ ਆ ਅਤੇ ਤੇਰੇ ਤੈਨੂੰ ਲਾਜ ਹੈ। ਜਦੋਂ ਆਹ ਅਵਸਥਾ ਬਣ ਗਈ ਨਾ, ਫਿਰ ਇਹ ਹਉਮੈ ਦਾ ਰੋਗ ਜਿਹੜਾ ਹੈ, ਜਿਹਦੇ ਨਿਵਾਰਨ ਵਾਸਤੇ ਇਹ ਸਾਰੇ ਯਤਨ ਕੀਤੇ ਜਾਂਦੇ ਨੇ। ਜੋ ਪੁਰਾਣੀਆਂ ਕਥਾਵਾਂ ਜੋ ਮਰਜ਼ੀ ਪੜ੍ਹ ਲਓ ਕਿ ਜੋਗੀਆਂ ਨੇ ਸਿੱਧਾਂ ਨੇ ਕੀ ਕੀ ਕੀਤਾ, ਪੁਰਾਣੇ ਧਰਮਾਂ ਗ੍ਰੰਥਾਂ ਵਿੱਚ ਭਰੇ ਪਏ ਨੇ ਗ੍ਰੰਥ ਲਿਖ ਲਿਖ ਕੇ ਕਿ ਉਹਨੇ ਇੰਨੇ ਜਗ ਕੀਤੇ, ਉਹਨੇ ਆਹ ਕੀਤੀ, ਉਹਨੇ ਆਹ ਤਪੱਸਿਆ ਕੀਤੀ, ਪੁੱਠੇ ਲੜ ਕੇ ਸਭ ਨਹੀਂ। ਪਰ ਗੁਰਸਿੱਖ ਵਾਸਤੇ ਆਪਾਂ ਆਪਣੀ ਗੱਲ ਕਰ ਲਈਏ, ਗੁਰੂ ਵਾਲੇ ਬਣਨਾ ਹੈ ਅਤੇ ਗੁਰੂ ਵਾਲੇ ਬਣ ਕੇ ਗੁਰੂ ਦੇ ਦੱਸੇ ਉਪਦੇਸ਼ ਤੇ ਚੱਲ ਕੇ ਉਸ ਮੰਜ਼ਿਲ ਵੱਲ ਤੁਰਨਾ ਹੈ ਜਿੱਥੇ ਜਾ ਕੇ ਤੂੰ ਤੂੰ ਕਰਤਾ ਤੂੰ ਹੁਆ, ਤਾਂ ਫਿਰ ਉਹ ਮੰਜ਼ਿਲ ਤੇ ਪਹੁੰਚ ਜਾਵਾਂਗੇ ਜੀ। ਉਹਦੇ ਨਾਲ ਵਾਹਿਗੁਰੂ ਦੀ ਕਿਰਪਾ, ਗੁਰੂ ਦੀ ਕਿਰਪਾ ਉਸ ਰਸਤੇ ਤੇ ਤੁਰਦਾ ਹੈ, ਫਿਰ ਗੁਰੂ ਦੀ ਕਿਰਪਾ ਹੁੰਦੀ ਹੈ, ਵਾਹਿਗੁਰੂ ਦੇ ਨਾਲ ਨੇੜਤਾ ਪੈਦਾ ਹੁੰਦੀ ਹੈ। ਹਉਮੈ ਮਾਰ ਗੁਰ ਸ਼ਬਦ ਪਛਾਤਾ, ਕਿਰਪਾ ਕਰੇ ਪ੍ਰਭ ਕਰਮ ਵਿਦਾਤਾ। ਪ੍ਰਭ ਕਿਰਪਾ ਤੇ ਬੰਧਨ ਛੁਟੈ, ਤੋ ਕਿਰਪਾ ਤੇ ਹਉਮੈ ਟੁਟੈ। ਤੋ ਕਿਰਪਾ, ਉਹਦੀ ਕਿਰਪਾ ਦੇ ਨਾਲ ਹਉਮੈ ਰੋਗ ਮਿਟੇ, ਕਿਰਪਾ ਤੇ ਜਮ ਤੇ ਭੈ ਬੇਵਾਕਾ। ਬੇਵਾਕਾ ਜਮ ਦਾ ਡਰ ਖਤਮ ਹੋ ਜਾਂਦਾ ਹੈ, ਪਰ ਉਹਦੀ ਕਿਰਪਾ ਦੇ ਨਾਲ ਹਉਮੈ ਰੋਗ ਮਿਟੇ, ਕਿਰਪਾ ਤੇ ਕਿਰਪਾ ਤੇ। ਇਹਦੇ ਲਈ ਇੱਥੇ ਅਸੀਂ ਇਹ ਜੇ ਸਮਝ ਲਈਏ ਕਿ ਅਸੀਂ ਉਹਦੀ ਕਿਰਪਾ ਦੇ ਪਾਤਰ ਬਣਨਾ ਹੈ, ਤੇ ਕਿਰਪਾ ਦਾ ਪਾਤਰ ਬਣਨ ਵਾਸਤੇ ਕਿਰਪਾ ਮੰਗਣੀ ਆਉਣੀ ਚਾਹੀਦੀ ਹੈ ਤੇ ਉਹਦੇ ਦਰ ਦੇ ਉੱਤੇ ਢਹਿ ਪੈਣ ਦੀ ਜਾਚ ਹੋਣੀ ਚਾਹੀਦੀ ਹੈ। ਜਾਂ ਹਰ ਪ੍ਰਭ ਕਿਰਪਾ ਧਾਰੀ, ਤਾਂ ਹਉਮੈ ਵਿੱਚੋਂ ਮਾਰੀ। ਜਦੋਂ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਤੇ ਹਉਮੈ ਜਿਹੜੀ ਹੈ ਅੰਦਰੋਂ ਸਾਡੇ ਮਨ ਦੇ ਵਿੱਚੋਂ ਆਪਣੇ ਆਪ ਹੀ ਖਤਮ ਹੋ ਗਈ। ਬਹੁਤ ਸਾਰੀਆਂ ਉਦਾਹਰਨਾਂ ਹੈਗੀਆਂ ਨੇ ਇਹਦੇ ਸੰਬੰਧ ਵਿੱਚ, ਪਰ ਮੈਂ ਕਈ ਵਾਰੀ ਮਹਿਸੂਸ ਕਰਦਾ ਹਾਂ ਡਾਕਟਰ ਸਾਹਿਬ ਵੀ ਜਿੰਨੀ ਗੱਲ ਸਿੰਪਲ ਕੀਤੀ ਜਾਏ, ਸਧਾਰਨ ਕੀਤੀ ਜਾਏ, ਉਨੀ ਹੀ ਸੌਖੀ ਸਮਝ ਵਿੱਚ ਆਉਂਦੀ ਹੈ। ਮੈਂ ਇਸੇ ਕਰਕੇ ਅੱਜ ਆਪਾਂ ਗੱਲ ਇੱਥੋਂ ਹੀ ਸ਼ੁਰੂ ਕੀਤੀ ਸੀ ਕਿ ਮੈਂ ਤੋਂ ਤੂੰ ਤੱਕ ਦਾ ਸਫ਼ਰ ਹੈ ਸਾਡਾ। ਗੁਰਮੁਖ ਜਿਹੜਾ ਸਿੱਖ ਹੈ ਉਹਦੀ ਜ਼ਿੰਦਗੀ ਦਾ ਨਿਸ਼ਾਨਾ ਸਵਰਗਾਂ ਦੀ ਪ੍ਰਾਪਤੀ ਨਹੀਂ ਹੈ। ਆਮ ਤੌਰ ਤੇ ਧਾਰਮਿਕ ਸੰਸਾਰ ਦੇ ਵਿੱਚ ਲੋਕੀ ਲਾਲਚ ਵਸ ਜਾਂ ਡਰ ਕਰਕੇ ਆਉਂਦੇ ਨੇ। ਇਸੇ ਕਰਕੇ ਅਸੀਂ ਵਡੇਰੀ ਉਮਰ ਦੇ ਲੋਕ ਜ਼ਿਆਦਾ ਧਰਮ ਸਥਾਨਾਂ ਤੇ ਆ ਕੇ ਆਇਆਂ ਨੂੰ ਵੇਖਦੇ ਹਾਂ। ਜਾਂ ਤਾਂ ਅਗਲੇ ਕਹਿੰਦੇ ਨੇ ਅਸੀਂ ਅੱਗਾ ਸਵਾਰਨ ਆਏ ਹਾਂ, ਜਾਂ ਕਹਿੰਦੇ ਆ ਵੀ ਅਸੀਂ ਗਾਂ ਥੋੜ੍ਹਾ ਜਿਹਾ ਸਾਡਾ ਛੁਟਕਾਰਾ ਸੌਖਾ ਹੋ ਜਾਊਗਾ ਜਮਾਂ ਤੋਂ, ਉਹ ਤੋਂ ਬਚਣ ਵਾਸਤੇ ਅਸੀਂ ਆਏ ਹਾਂ, ਸਵਰਗਾਂ ਦੀ ਪ੍ਰਾਪਤੀ ਹੋ ਜਾਊਗੀ। ਗੁਰਮੁਖ ਨੇ, ਸਿੱਖ ਨੇ ਨਾ ਸਵਰਗਾਂ ਵਾਸਤੇ ਧਰਮ ਕਮਾਉਣਾ ਹੈ, ਨਾ ਅਗਲੇ ਜਨਮ ਦੇ ਵਿੱਚ ਮਰਨ ਤੋਂ ਬਾਅਦ ਹੂਰਾਂ ਵਾਸਤੇ ਧਰਮ ਦੇ ਰਸਤੇ ਤੇ ਤੁਰਨਾ ਹੈ। ਜਿਹੜਾ ਸਿੱਖ ਦਾ ਜੀਵਨ ਹੈ ਉਹ ਜੀਵਨ ਮੁਕਤ ਹੈ। ਅਸੀਂ ਆਹ ਜੀਵਨ ਜਿਉਂਦਿਆਂ ਹੋਇਆਂ ਮੁਕਤ ਹੋਣਾ ਹੈ। ਮੁਕਤ ਹੋਣਾ ਵਿਕਾਰਾਂ ਤੋਂ, ਵਿਕਾਰਾਂ ਦੇ ਵਿੱਚ ਹੀ ਇਹ ਤ੍ਰਿਸ਼ਨਾ ਹੈ ਤੇ ਵਿਕਾਰਾਂ ਦੇ ਵਿੱਚ ਹੀ ਹਉਮੈ ਹੈ। ਹਉਮੈ ਜਿਹੜਾ ਹੈ ਇਸ ਕਰਕੇ ਦੀਰਘ ਰੋਗ ਹੈ ਕਿ ਇਹਨੇ ਵਾਹਿਗੁਰੂ ਨਾਲੋਂ ਜਿਹੜਾ ਪਿਆ ਹੋਇਆ ਵਿਛੋੜਾ ਹੈ, ਉਸ ਵਿਛੋੜੇ ਨੂੰ ਦੂਰ ਕਰਨ ਦੇ ਰਸਤੇ ਤੇ ਤੁਰਨ ਤੋਂ ਸਾਨੂੰ ਰੋਕਣਾ ਹੈ। ਠੀਕ ਹੈ ਜੀ। ਜਦੋਂ ਤੱਕ ਉਹਦੇ ਰਸਤੇ ਤੇ ਤੁਰਾਂਗੇ ਨਹੀਂ, ਹਉਮੈ ਨੂੰ ਖਤਮ ਕਰਨ ਵਾਲੇ ਰਸਤੇ ਤੇ, ਉਦੋਂ ਤੱਕ ਅਸੀਂ ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣ ਸਕਾਂਗੇ। ਜਦੋਂ ਤੱਕ ਮੇਰੇ ਅੰਦਰ ਇਹ ਭਾਵਨਾ ਰਹੂਗੀ ਮੈਂ ਦੀ, ਉਦੋਂ ਤੱਕ ਅਸੀਂ ਇਹ ਕਰ ਨਹੀਂ ਸਕਣਾ, ਕਿਉਂਕਿ ਸਾਨੂੰ ਇਹ ਲੱਗਣਾ ਹੈ ਕਿ ਮੈਂ ਹੀ ਸਭ ਤੋਂ ਚੰਗਾ ਹੈ, ਬਾਕੀ ਸਾਰਾ ਸੰਸਾਰ ਹੀ ਕਮਲਿਆਂ ਦਾ, ਮੈਂ ਤੇ ਬਹੁਤ ਸਿਆਣਾ ਹੈ, ਫਿਰ ਵੀ ਪਤਾ ਨਹੀਂ ਲੋਕ ਮੇਰੇ ਕਹਿ ਕਿਉਂ ਨਹੀਂ ਲੱਗਦੇ, ਫਿਰ ਵੀ ਪਤਾ ਨਹੀਂ ਲੋਕ ਜਿਹੜੇ ਨੇ ਕਿਉਂ ਇਸ ਤਰੀਕੇ ਨਾਲ ਕਰਦੇ ਹੈ, ਜਦ ਕਿ ਮੈਂ ਜਿਹੜਾ ਕਹਿ ਰਿਹਾ ਉਹ ਸਹੀ ਹੈ। ਸਾਰਿਆਂ ਨੂੰ ਮੇਰੀ ਗੱਲ ਮੰਨਣੀ ਚਾਹੀਦੀ ਹੈ। ਤੁਹਾਨੂੰ ਪਤਾ ਨਹੀਂ ਮੈਂ ਕੌਣ ਹੈ, ਪਤਾ ਨਹੀਂ ਮੈਂ ਕੀ ਜਾਣਦਾ, ਤੁਹਾਨੂੰ ਪਤਾ ਨਹੀਂ ਮੈਂ ਕਿੱਥੋਂ ਪੜ੍ਹਿਆ, ਤੁਹਾਨੂੰ ਪਤਾ ਨਹੀਂ ਮੈਂ ਕਿਹੜੇ ਮਹਾਂਪੁਰਸ਼ਾਂ ਦੇ ਕਛਹਿਰੇ ਧੋਂਦਾ ਰਿਹਾ, ਤੁਹਾਨੂੰ ਪਤਾ ਨਹੀਂ ਮੈਂ ਕਿੱਥੋਂ ਗੁਰਦੀਖਿਆ ਲਈ ਹੈ, ਤੁਹਾਨੂੰ ਪਤਾ ਨਹੀਂ ਮੈਂ ਅੰਮ੍ਰਿਤ ਕਿੱਥੋਂ ਛਕ ਕੇ ਆਇਆ। ਇੱਥੋਂ ਤੱਕ ਪਹੁੰਚ ਜਾਂਦੇ ਹਾਂ ਅਸੀਂ। ਇਹ ਸਾਰੇ ਦੇ ਸਾਰੇ ਹਉਮੈ ਨੂੰ ਵਧਾਉਣ ਦੇ ਕਾਰਨ ਬਣਦੇ ਹੈ। ਧਰਮੀ ਹੋਣਾ, ਅੰਮ੍ਰਿਤ ਛਕਣਾ, ਬਾਣੀ ਪੜ੍ਹਨੀ, ਸੰਗਤ ਕਰਨੀ ਜ਼ਿੰਦਗੀ ਦਾ ਆਧਾਰ ਹੈ ਸਿੱਖਾਂ ਦਾ, ਸਿੱਖ ਦੇ ਜੀਵਨ ਦਾ ਆਧਾਰ ਹੈ। ਇਸ ਤੋਂ ਬਗੈਰ ਸਿੱਖ ਦਾ ਜੀਵਨ ਪੂਰਾ ਨਹੀਂ ਹੁੰਦਾ। ਤੇ ਜੇ ਇਹ ਕੁਝ ਹੀ ਸਾਡੇ ਵਾਸਤੇ ਹੰਕਾਰ ਦਾ ਕਾਰਨ ਬਣ ਜਾਏ ਤਾਂ ਫਿਰ ਇਸ ਤੋਂ ਮਤਲਬ ਔਖਾ, ਇਸ ਤੋਂ ਹੋਰ ਵੱਡੇ ਆ ਜਿਹੜਾ ਸਾਡਾ ਮਾੜੇ ਕਰਮ ਜਿਹੜੇ ਆ ਹੋਰ ਕਿਹੜੇ ਹੋ ਸਕਦੇ ਨੇ।
जी। सो हौमे दीर्घ रोग की डेफिनेशन भाई साहब ने डिफाइन कर दिता है कि दीर्घ रोग ही इसे करके है क्योंकि ये सानू गुरु नाल जुड़न तो रोकदा है। ਜਿਹੜੀ चीज गुरु दे नाल जुड़न तो रोके वो हौमे है। तो मंजिल तो है कि तू करता अपना गवा के, पर ਜਿਹੜੀ भी वस्तु वो प्रवाह का मोह होवे, वो धन का मोह होवे, वो धन का हंकार होवे, किसी चीज का होवे, ਜਿਹੜਾ भी चीज सानू गुरु तो जुड़न तो उस रास्ते ते तुरन तो, ये नहीं कि असीं वो रास्ता जानते नहीं, रास्ता सारे जानते हैं कि आह रास्ता इधर नूं जांदा, आ इधर नूं जा, चंगा है माड़ा है। गुरु साहब ने सानू दिमाग दिता है चुनन वास्ते कि आ इस रास्ते तू जाना, आ रास्ता जांदा है, चंगा है। पर जे हुण उहदे उत्ते असीं नहीं तुरना, ये तो फिर हुण साडी बदकिस्मती है। इनू दूर करने वास्ते ही गुरु की कृपा मंगनी है, गुरु का विश्वास, गुरु ते विश्वास करना है, गुरु की बख्शिश इसे करके मननी है। ਅਤੇ इतिहास ਵੱਲ लगे नज़र मार लो, हज़ारां साखियां तुहानूं मिलनियां ने जिन्हां ने गुरु की बख्शिश लैके गुरु की कृपा दे नाल वो काम कर दिते। आ हुण जे भाई साहब जी अटक दी अपने जथेदार किहड़ा सी अकाल तख्त साहब जी दा, जे अटक दी अरदास कीती, अटक दरिया रोक दिता, अकाली फूला सिंह, अकाली फूला सिंह, क्योंकि उन्होंने दृढ़ विश्वास सी अपने गुरु दे उत्ते कि ये गुरु साहब कर सकदा। मैं गुरु दे उत्ते गुरु अगे अरदास कर दी है, अरदास करके दरिया विच ठल पिया, फौजां पिछे आ गई, दरिया नूं नीवा होना पिया। इहो जी एग्जाम्पलां, ये विश्वास की गल है। अजकल दे जिहड़े आ नुकताचीनी उन्होंने दस्सिआ, उन्होंने कहा लै तुसीं एवें गल्लां बनाई जांदे आ, ये हो सकदा? हाँ, विश्वास वास्ते जिन्हां ने श्रद्धा, जिन्हां दे गुरु ते श्रद्धा प्रेम पूरी भावना बनाई हुई, उन्हां वास्ते है, उन्हां वास्ते गुरु सब कुछ करता है। एग्जाम्पलां भाई साहब भी दे चुके ने, इतिहास तुहाडा भरिया होया है। बिधि चंद रमाले लैंदा है, मगरों पै गए तो जाके भड़पूंजे की पट्ठी में जा छाल मारदा है। ये तुसीं हुण अजकल के दिमाग नाल सोच लो, कहना है वो भट्ठी में वड़ गया तो उन्होंने सेक नहीं लगा, ये नहीं हो सकता जी, ये कदी नहीं हो सकता। पर यह विश्वास दी गल्लां ने, जदों इस रास्ते ते गुरु के रास्ते ते गुरु की बख्शिश लैके तुर पै तो फिर हौमे का रोग ये अपने आप दूर हो जाता है जी। सतगुर भेटत हौमे मारी। हाँ जी, सतगुरु नूं मिलण दे नाल हौमे दूर हो जाती है। सो बूझे जे सतगुर पाए, हौमे मारे गुर शब्दे पाए। साचो साहिब मन वसे हौमे बिख मारी। साचो साहिब मन वसै हौमे बिख मारी। जदों वो मन दे विच बस जाता है ना, फिर ये जिहड़ा जहर वर्गा हौमे दा रोग जिहड़ा ये खत्म हो जाता है। सतगुर भेटे तां सुख पाए, हौमे विचों ठाक रहाए। सतगुर भेटे तां सुख पाए। बार बार इस गल वल जोर दिता है कि सत भेटे का मतलब हुंदा मिलन दे नाल। मिलन तां अजकल सतगुरु नूं हर रोज़ ही जाने दर्शन करने वास्ते, कोई रमाला चक के दर्शन करन तक सीमित हो जाता है। भेट है मतलब ਉਹਦਾ ਗਿਆਨ, ਉਹਦਾ ਜਿਹੜਾ ਸਿੱਖਿਆ ਉਹਨੂੰ ਪ੍ਰਵਾਨ ਕਰਨ ਤੋਂ ਬਾਅਦ ਉਹਨੂੰ ਨਾਲ ਪੂਰਨ ਤੌਰ ਤੇ ਮਿਲਾਪ ਕਰਨ ਦੇ ਨਾਲ ਇਹ ਜਿਹੜਾ ਰੋਗ ਹੈ ਇਹ ਦੂਰ ਹੋ ਜਾਂਦਾ ਹੈ। ਸਤਿਗੁਰ ਮਿਲੇ ਅੰਧੇਰਾ ਜਾਏ, ਨਾਨਕ ਹਉਮੈ ਮੇਟ ਸਮਾਏ। ਸਤਿਗੁਰ ਮਿਲੇ ਅੰਧੇਰਾ ਜਾਏ, ਕਿਹੜੀ ਕੀਮਤੀ ਪੰਕਤੀ ਹੈ। ਸਤਿਗੁਰੂ ਦੇ ਮਿਲਣ ਦੇ ਨਾਲ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ, ਭੁਲੇਖੇ ਸਾਡੇ ਦੂਰ ਹੋ ਜਾਂਦੇ ਆ। ਨਾਨਕ ਹਉਮੈ ਮੇਟ ਸਮਾਏ। हे नानक, फिर सतगुरु है जिहड़ा साडी हौमे नूं खत्म करके उस वाहिगुरू परमात्मा दे विच समा सकण दी हिम्मत सानूं दे दिंदा है। से बड़भागी जन सतगुर पाया, हौमे विचों मोह छुपाया। बहुत सारियां उदाहरणां ने कि सच्चे गुरु तो बगैर ये हौमे वाला जिहड़ा रोग है ये दूर नहीं हो सकदा है। ते जदों गुरु नाल मिलाप हो जाता है
ਫਿਰ ਹਉਮੈ ਦੇ ਰੋਗ ਦਾ ਨਾਂ ਨਿਸ਼ਾਨ ਨਹੀਂ ਰਹਿੰਦਾ, ਉਹ ਸਾਰਾ ਕੁਛ ਜਿਹੜਾ ਹੈ ਉਹ ਦੂਰ ਹੋ ਜਾਂਦਾ ਹੈ। ਹਾਂਜੀ। ਸੋ ਹਉਮੈ ਏਡਾ ਵੱਡਾ ਰੋਗ ਹੈ ਕਿ ਜੇ ਗੁਰੂ ਦੀ ਬਖਸ਼ਿਸ਼ ਨਹੀਂ ਹੁੰਦੀ ਤਾਂ ਵੱਡੇ ਤੋਂ ਵੱਡਾ ਕਰਮ ਕੀਤਾ ਉਹ ਵੀ ਵਿਅਰਥ ਹੈ। ਪਰ ਜਦੋਂ ਗੁਰੂ ਦੀ ਬਖਸ਼ਿਸ਼ ਹੋ ਗਈ, ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ, ਆਪਣਾ ਆਪ ਸਮਰਪਿਤ ਕਰ ਦਿੱਤਾ, ਤਾਂ ਫਿਰ ਕਿੱਡਾ ਵੱਡਾ ਰੋਗ ਹੈ। ਕੋਈ ਵੱਡੀ ਮੰਜ਼ਿਲ ਹੋਵੇ, ਕੋਈ ਕੰਮ ਹੋਵੇ, ਉਹ ਸਭ ਕਿਉਂਕਿ ਗੁਰੂ ਸਮਰੱਥ ਹੈ, ਉਹ ਗੁਰੂ ਕਰ ਦਿੰਦਾ ਹੈ। ਗੁਰੂ ਆਪਣੇ ਬਣਿਆਂ ਦੀ ਲਾਜ ਆਪ ਰੱਖਦਾ ਹੈ। ਪਰ ਇਹ ਹੁਣ ਸਾਡੇ ਤੇ ਹੈ, ਕਹਿਣਾ ਗੱਲ ਹੋਰ ਹੈ, ਇਸ ਨੂੰ ਕਮਾਉਣੀ ਗੱਲ ਹੋਰ ਹੈ। ਆਪ ਕਮਾਈ ਆਪ ਕਰਨੀ ਜੀ। ਪਿਛਲੇ ਹਫ਼ਤੇ ਉਦਾਹਰਣ ਦਿੱਤੀ ਸੀ ਨਾ ਵੀ ਭਰੋਸਾ ਜਿਹੜਾ ਹੈ, ਵਿਸ਼ਵਾਸ ਆ ਜਿਹੜਾ ਆਪਣੇ ਦੇ ਉੱਤੇ, ਉਹਦੀ ਬਹੁਤ ਵੱਡੀ ਤਾਕਤ ਹੈ ਵਿਸ਼ਵਾਸ ਦੀ। ਜਦੋਂ ਸਾਨੂੰ ਭਰੋਸਾ ਇੱਕ ਤੇ ਹੋਵੇ, ਮੈਂ ਕਈ ਵਾਰੀ ਇਹ ਉਦਾਹਰਣ ਦਿੰਦਾ ਹੁੰਦਾ, ਅੱਜ ਕੱਲ੍ਹ ਤੇ ਸਮਾਂ ਬਦਲ ਗਿਆ ਹੈ। ਪੁਰਾਣੇ ਸਮੇਂ ਦੇ ਵਿੱਚ ਛੋਟਾ ਜਿਹਾ ਬੱਚਾ ਭੀੜ ਵਾਲੀ ਜਗ੍ਹਾ ਤੇ, ਕਿਸੇ ਮੇਲੇ ਵਾਲੀ ਜਗ੍ਹਾ ਤੇ ਗਿਆ ਹੋਇਆ ਹੋਵੇ, ਤੇ ਉਹ ਆਪਣੇ ਪਿਤਾ ਦਾ ਹੱਥ ਘੁੱਟ ਕੇ ਫੜ ਕੇ ਰੱਖਦਾ ਹੈ ਕਿ ਮੈਂ ਕਿਤੇ ਵਿਛੜ ਨਾ ਜਾਵਾਂ, ਮੈਂ ਕਿਤੇ ਗੁਆਚ ਨਾ ਜਾਵਾਂ। ਤੇ ਉਹਨੂੰ, ਬੱਚੇ ਨੂੰ ਇੰਨੇ ਉਹਦੇ ਹੱਥ ਫੜਨ ਤੱਕ ਹੀ ਉਹਦੀ ਹਿੰਮਤ ਹੈ। ਬੱਚੇ ਦੀ ਜਿਹੜੀ ਕੋਸ਼ਿਸ਼ ਇਹੀ ਹੈ ਕਿ ਮੈਂ ਆਪਣਾ ਪਿਤਾ ਦਾ ਹੱਥ ਨਹੀਂ ਛੱਡਣਾ। ਉਸ ਤੋਂ ਬਾਅਦ ਉਹਨੂੰ ਇਹ ਚਿੰਤਾ ਨਹੀਂ ਹੈ ਕਿ ਮੇਲੇ ਵਿੱਚੋਂ ਬਾਹਰ ਕਿਵੇਂ ਨਿਕਲਣਾ ਹੈ। ਜੇ ਜੰਗਲ ਦੀ ਉਦਾਹਰਣ ਦੇਣੀ ਹੋਵੇ, ਜੰਗਲ ਵਿੱਚੋਂ ਜਾਂਦਾ ਬੱਚਾ ਆਪਣੇ ਪਿਤਾ ਦੇ ਹੱਥ ਫੜਨ ਤੱਕ ਹੀ ਸੀਮਤ ਹੈ। ਜਦੋਂ ਤੱਕ ਉਹਨੇ ਹੱਥ ਫੜਿਆ ਹੋਇਆ, ਉਹਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਮੈਂ ਇਸ ਭਿਆਨਕ ਜੰਗਲ ਦੇ ਵਿੱਚੋਂ ਬਾਹਰ ਨਿਕਲ ਜਾਣਾ, ਕਿਉਂਕਿ ਮੇਰਾ ਪਿਤਾ ਮੇਰੇ ਨਾਲ ਹੈ ਤੇ ਮੈਂ ਉਹਦਾ ਹੱਥ ਪਕੜਿਆ ਹੋਇਆ। ਜੇ ਕਿਤੇ ਉਹਦਾ ਹੱਥ ਛੁੱਟ ਜਾਏ, ਅਚਾਨਕ ਮੇਲੇ ਦੀ ਭੀੜ ਦੇ ਵਿੱਚ ਪਿਤਾ ਵਿਛੜ ਜਾਏ, ਫਿਰ ਉਹ ਬੱਚੇ ਦਾ ਕੀ ਹਾਲ ਹੁੰਦਾ ਹੈ। ਉਹ ਕਿੰਨਾ ਕੁਰਲਾਉਂਦਾ ਹੈ, ਕਿੰਨਾ ਰੋਂਦਾ ਹੈ। ਅਚਾਨਕ ਕਿਤੇ ਫਿਰ ਉਹਨੂੰ ਪਿਤਾ ਦਾ ਮਿਲ ਜਾਏ, ਲੱਭ ਪਏ ਕਿਤੇ, ਉਹ ਦੌੜ ਕੇ ਕਿਵੇਂ ਉਹਦੇ ਗਲ ਦੇ ਨਾਲ ਲੱਗ ਕੇ ਰੋਂਦਾ ਹੈ। ਮਤਲਬ ਇੰਨਾ ਹੀ ਹੈ ਕਿ ਬੱਚੇ ਨੂੰ ਨਹੀਂ ਪਤਾ ਕਿ ਇਸ ਭੀੜ ਦੇ ਵਿੱਚੋਂ ਜਾਂ ਜੰਗਲ ਦੇ ਵਿੱਚੋਂ ਬਾਹਰ ਕਿਵੇਂ ਜਾਣਾ ਹੈ, ਜੰਗਲੀ ਜਾਨਵਰਾਂ ਕੋਲੋਂ, ਬਾਕੀ ਬੇਕਾਰਾਂ ਤੋਂ ਕਿਵੇਂ ਬਚਣਾ ਹੈ, ਪਰ ਪਿਤਾ ਨੂੰ ਪਤਾ ਹੈ। ਤੇ ਬੱਚੇ ਨੂੰ ਆਪਣੇ ਪਿਤਾ ਦੇ ਉੱਤੇ ਪੂਰਨ ਤੌਰ ਤੇ ਭਰੋਸਾ ਹੈ ਕਿ ਮੇਰਾ ਪਿਤਾ ਜਾਣਦਾ ਹੈ, ਉਹ ਮੇਰਾ ਪਿਤਾ ਸਮਰੱਥ ਹੈ। ਇਸ ਲਈ ਗੁਰਬਾਣੀ ਨੇ ਵਾਰ-ਵਾਰ ਕਈ ਜਗ੍ਹਾ ਦੇ ਉੱਤੇ ਗੁਰੂ ਨੂੰ ਪਿਤਾ ਦੇ ਨਾਲ ਵੀ ਤੁਲਨਾ ਦਿੱਤੀ ਹੈ, ਪਿਤਾ ਦੇ ਨਾਲ ਵੀ ਉਹਦਾ ਕੰਪੈਰੀਜ਼ਨ ਕੀਤਾ ਹੈ ਕਿ ਪਿਤਾ ਹੂੰ ਜਾਣੋ ਨਾਹੀਂ। ਬੜੀਆਂ ਉਦਾਹਰਨਾਂ ਇਸ ਤਰੀਕੇ ਦੀਆਂ ਗੁਰਬਾਣੀ ਦੇ ਵਿੱਚ ਮਿਲਦੀਆਂ ਨੇ। ਅੱਜ ਹੁਣ ਮੇਰੇ ਧਿਆਨ 'ਚ ਨਹੀਂ ਆ ਰਿਹਾ ਕੁਛ, ਭਈ ਜਦੋਂ ਤੱਕ ਉਹਨੇ ਪਿਤਾ ਦਾ ਹੱਥ ਫੜਿਆ ਹੋਇਆ, ਬੱਚੇ ਨੂੰ ਕੋਈ ਚਿੰਤਾ ਨਹੀਂ। ਜਦੋਂ ਉਹਦਾ ਹੱਥ ਛੁੱਟ ਜਾਂਦਾ ਹੈ, ਫਿਰ ਉਹਦਾ ਹਾਲਤ ਜਿਹੜੀ ਹੈ ਬਹੁਤ ਤਰਸਯੋਗ ਹੋ ਜਾਂਦੀ ਹੈ। ਜਦੋਂ ਦੁਬਾਰਾ ਉਹਨੂੰ ਪਿਤਾ ਮਿਲ ਜਾਂਦਾ ਹੈ, ਉਹਦੇ ਮਨ ਦੇ ਵਿੱਚ ਕਿੰਨੀ ਖੁਸ਼ੀ ਹੁੰਦੀ ਹੈ, ਕਿੰਨੀ ਉਹਨੂੰ ਤਸੱਲੀ ਮਿਲਦੀ ਹੈ ਕਿ ਹੁਣ ਮੈਨੂੰ ਕਿਸੇ ਕਿਸਮ ਦੀ ਚਿੰਤਾ ਨਹੀਂ। ਤੇ ਜਦੋਂ ਅਸੀਂ ਅੱਜ ਮਨੁੱਖੀ ਬਿਰਤੀਆਂ ਦੀ ਗੱਲ ਕਰਦੇ ਹਾਂ, ਤੇ ਸਾਡੀ ਅਵਸਥਾ ਇਹ ਹੋ ਗਈ ਹੈ ਕਿ ਸਾਡੇ ਕੋਲੋਂ ਆਪਣੇ ਗੁਰੂ ਪਿਤਾ ਦਾ ਹੱਥ ਵੀ ਛੁੱਟ ਗਿਆ ਹੈ ਤੇ ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੋਇਆ। ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਾ, ਸਾਨੂੰ ਖਬਰ ਹੀ ਨਹੀਂ ਹੋਈ ਕਿ ਕਦੋਂ ਅਸੀਂ ਆਪਣੀਆਂ ਬਿਰਤੀਆਂ ਕਰਕੇ ਜਾਂ ਆਪਣੀਆਂ ਜਿਹੜੀਆਂ ਸੀਗੀਆਂ ਚਲਾਕੀਆਂ ਸੀ, ਜਿਹੜੀਆਂ ਚੁਸਤੀਆਂ ਸੀ, ਜਿਹੜੀਆਂ ਉਹਦੇ ਕਰਕੇ ਆਪਣੇ ਗੁਰੂ ਨਾਲੋਂ ਵਿੱਥ ਪਾ ਬੈਠੇ ਹਾਂ ਤੇ ਸਾਡੀ ਜਿਹੜੀ ਅਵਸਥਾ ਛੁੱਟੇ ਤਲ ਬੁਆੜ ਜੋ ਸੁੰਝੇ ਅੰਦਰ ਖੇਤ ਵਾਲੀ ਹੋ ਗਈ ਹੈ। ਤੇ ਅਸੀਂ ਫਿਰ ਵੀ ਆਪਣੇ ਆਪ ਨੂੰ ਦਾਅਵਾ ਕਰੀ ਚਲੇ ਜਾਂਦੇ ਹਾਂ ਕਿ ਅਸੀਂ ਤਾਂ ਬੜੇ ਵੱਡੇ ਸਿੱਖ ਹਾਂ, ਸਾਡੇ ਤੋਂ ਵੱਡਾ ਸਿੱਖ ਕੋਈ ਨਹੀਂ ਹੋ ਸਕਦਾ, ਜਾਂ ਅਸੀਂ ਬੜੇ ਧਾਰਮਿਕ ਹੈ, ਸਾਡੇ ਤੋਂ ਵੱਡਾ ਹੋਰ ਕੋਈ ਧਾਰਮਿਕ ਪ੍ਰਾਣੀ ਹੋ ਨਹੀਂ ਸਕਦਾ। ਪਰ ਅਸਲੀਅਤ ਦੇ ਵਿੱਚ ਆਪਣੇ ਗੁਰੂ ਪਿਤਾ ਦਾ ਹੱਥ ਜਿਹੜਾ ਹੈ ਉਹ ਅਸੀਂ ਅਵੇਸਲੇਪਣ ਦੇ ਵਿੱਚ ਛੱਡ ਚੁੱਕੇ ਹੁੰਦੇ ਹਾਂ ਤੇ ਉਹਦਾ ਸਾਨੂੰ ਅਹਿਸਾਸ ਹੀ ਨਹੀਂ ਹੁੰਦਾ। ਤੇ ਉਸੇ ਅਹਿਸਾਸ ਦਾ ਨਾ ਹੋਣਾ ਹੀ ਜਿਹੜਾ ਹੈ, ਉਹਦੇ ਕਰਕੇ ਹੀ ਜਿਵੇਂ ਜੰਗਲ ਦੇ ਵਿੱਚ ਜੰਗਲੀ ਜਾਨਵਰ ਆ ਘੇਰਦੇ ਹੈ, ਇਸ ਸੰਸਾਰ ਦੇ ਵਿੱਚ ਵਿਕਾਰ ਜਿਹੜੇ ਨੇ ਉਹ ਸਾਡੇ ਉੱਤੇ ਆ ਕਾਬਜ਼ ਹੁੰਦੇ ਹੈ। ਚਾਹੇ ਉਹ ਵਿਕਾਰ ਹਉਮੈ ਦਾ ਹੋਵੇ, ਚਾਹੇ ਉਹ ਤ੍ਰਿਸ਼ਨਾ ਦਾ ਹੋਵੇ, ਜਾਂ ਕੋਈ ਦੂਸਰਾ ਵਿਕਾਰ ਹੋਵੇ। ਜੇ ਗੁਰੂ ਨਕੋਲ ਹੋਵੇ, ਗੁਰੂ ਕੋ ਨਾਲ ਹੋਵੇ। ਗੁਰਬਾਣੀ ਵਿੱਚ ਇੱਕ ਉਦਾਹਰਣ ਹੈ ਡਾਕਟਰ ਸਾਹਿਬ, ਬੜੀ ਖੂਬਸੂਰਤ ਮੇਰੇ ਧਿਆਨ 'ਚ ਆ ਗਈ। ਨਸ ਬੰਝੋ ਕਿਲ ਵਿਖੋ ਕਰਤਾ ਘਰ ਆਇਆ। ਨਸ ਬੰਝੋ ਕਿਲ ਵਿਖੋ, ਕਿਲ ਵਿਖ ਹੁੰਦਾ ਪਾਪਾਂ ਤੋਂ ਵੀ ਮਾੜੀ ਗੱਲ, ਬਹੁਤ ਵੱਡੇ ਬੁਰੇ ਕੰਮ। ਹੁਣ ਦੌੜ ਜਾਓ ਇੱਥੋਂ, ਤੁਸੀਂ ਦੌੜ ਜਾਓ। ਕਿਉਂ? ਕਰਤਾ ਘਰ ਆਇਆ। ਹੁਣ ਮੇਰਾ ਵਾਹਿਗੁਰੂ ਪਰਮਾਤਮਾ ਮੇਰੇ ਹਿਰਦੇ 'ਚ ਆ ਵਸਿਆ, ਹੁਣ ਤੁਹਾਡਾ ਕੋਈ ਕੰਮ ਨਹੀਂ ਇੱਥੇ। ਇਹ ਵਿਸ਼ਵਾਸ ਹੈ
ਤੇ ਜਦੋਂ ਇਹ ਵਿਸ਼ਵਾਸ ਸਿੱਖ ਦੇ ਜੀਵਨ ਦੇ ਵਿੱਚ ਆ ਜਾਂਦਾ ਹੈ, ਫਿਰ ਉਹਨੂੰ ਹਉਮੈ ਤਾਂ ਕੀ, ਇਸ ਤੋਂ ਵੀ ਵੱਡੇ ਵੱਡੇ ਜਿਹੜੇ ਰੋਗ ਨੇ ਉਹਦਾ ਕੁਝ ਨਹੀਂ ਵਿਗਾੜ ਸਕਦੇ। ਉਹ ਆਪਣੇ ਗੁਰੂ ਦੇ ਲੜ ਲੱਗਾ ਰਹਿੰਦਾ ਹੈ ਤੇ ਅਖੀਰ ਤੇ ਆਪਣੇ ਜਿਹੜੇ ਜੀਵਨ ਦਾ ਮਕਸਦ ਹੈ, ਆਪਣੇ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਅਭੇਦ ਹੋਣ ਦਾ, ਉਹ ਪ੍ਰਾਪਤ ਕਰ ਲੈਂਦਾ ਹੈ। ਹਾਂਜੀ। ਸੋ ਸਭ ਤੋਂ ਜਿਹੜੀ ਵੱਡੀ ਗੱਲ ਹੈ ਕਿ ਅਸੀਂ ਰੀਅਲਾਈਜ਼ ਨਹੀਂ ਕਰਦੇ ਕਿ ਅਸੀਂ ਰਸਤੇ ਤੋਂ ਕੁਰਸਤੇ ਪਏ ਹੋਏ ਹਾਂ। ਜੇ ਕਦੀ ਇਹ ਰੀਅਲਾਈਜ਼ ਕਰ ਲਈਏ ਕਿ ਮੈਂ ਗਲਤ ਰਸਤੇ ਤੇ ਜਾ ਰਿਹਾ, ਤਾਂ ਫਿਰ ਉਹ ਤੁਰਨ ਦੇ ਉੱਤੇ ਉਹ ਰਸਤੇ ਸਿੱਧੇ ਰਸਤੇ ਤੇ ਉਪਰਾਲਾ ਵੀ ਕਰਾਂਗੇ। ਪਰ ਅਸੀਂ ਜਿੱਧਰ ਨੂੰ ਤੁਰੇ ਹਾਂ, ਅਸੀਂ ਸਮਝਦੇ ਹਾਂ ਕਿ ਇਹੀ ਰਸਤਾ ਠੀਕ ਹੈ। ਨਾ ਗੁਰੂ ਦੀ ਗੱਲ ਸੁਣਨੀ ਹੈ, ਨਾ ਕਿਸੇ ਦੀ ਗੱਲ ਸੁਣਨੀ ਹੈ। ਜੋ ਮੈਂ ਕਹਿ ਰਿਹਾ ਬਸ ਇਹੀ ਸੱਚ ਹੈ, ਹੋਰ ਸਭ ਝੂਠ ਹੈ। ਗੁਰੂ ਤੇ ਵਿਸ਼ਵਾਸ ਕਰਨਾ। ਮੈਂ ਬਾਰ-ਬਾਰ ਬੇਨਤੀ ਕਰਦਾ ਕਿ ਸਿੱਖ ਧਰਮ ਵਿਸ਼ਵਾਸ ਦਾ ਧਰਮ ਹੈ। ਮੈਨੂੰ ਗੱਲ ਚੇਤੇ ਆ ਗਈ ਪਾਤਸ਼ਾਹ ਜੀ ਮਸਕੀਨ ਜੀ ਦੀ। ਮਸਕੀਨ ਜੀ ਨੂੰ ਕਹਿੰਦਾ ਕਿ ਕਿਸੇ ਨੇ ਕਿਹਾ ਕਿ ਸਿੱਖ ਧਰਮ ਅੰਧ ਵਿਸ਼ਵਾਸਾਂ ਦਾ ਧਰਮ ਹੈ। ਮਸਕੀਨ ਜੀ ਕਹਿੰਦੇ ਹਾਂ, ਧਰਮ ਸਿੱਖ ਧਰਮ ਹੈ ਹੀ ਇਹ ਵਿਸ਼ਵਾਸ ਦਾ, ਪੂਰਨ ਵਿਸ਼ਵਾਸ ਦਾ, ਪਰ ਜਿਹਦੇ ਉੱਤੇ ਵਿਸ਼ਵਾਸ ਕੀਤਾ ਜਾਵੇ ਉਹ ਅੰਨਾ ਨਾ ਹੋਵੇ। ਐਗਜ਼ੈਕਟਲੀ। ਹਾਂ, ਜਿਹਦਾ ਹੱਥ ਫੜਿਆ ਹੋਵੇ, ਜਿਵੇਂ ਬੱਚੇ ਨੂੰ ਯਕੀਨ ਹੁੰਦਾ ਨਾ ਵੀ ਪਿਓ ਨੂੰ ਪਤਾ ਹੈ। ਉਹਨਾਂ ਐਗਜ਼ਾਮਪਲ ਦਿੱਤੀ ਕਿ ਜਦੋਂ ਛੋਟਾ ਹੁੰਦਾ ਹੈ ਬੱਚਾ, ਮਾਂ ਉਹਨੂੰ ਕਹਿੰਦੀ ਹੈ ਬੱਚਾ ਇਹ ਤੇਰਾ ਪਿਤਾ ਹੈ, ਉਹ ਵਿਸ਼ਵਾਸ ਕਰ ਲੈਂਦਾ ਇਹਦੇ ਉੱਤੇ। ਇਹ ਤੇਰਾ ਭਰਾ ਵਿਸ਼ਵਾਸ ਕਰ ਲੈਂਦਾ ਹੈ। ਤੇ ਕਹਿੰਦੇ ਅਸੀਂ ਇੰਨੇ ਆਪਣੇ ਆਪ ਨੂੰ ਵੱਡੇ ਸਮਝ ਲੱਗ ਪਏ ਹਾਂ ਕਿ ਗੁਰੂ ਕਹੀ ਜਾਵੇ ਅਸੀਂ ਮੰਨਣਾ ਨਹੀਂ। ਗੁਰੂ ਜੋ ਮਰਜ਼ੀ ਕਰੇ, ਅਸੀਂ ਸਾਡੀ ਬਸ ਉਹ ਜਿਹਾ ਪਰਨਾਲਾ ਉੱਥੇ ਦਾ ਉੱਥੇ ਰਹਿਣਾ। ਪਰ ਨਹੀਂ, ਇਹ ਛੱਡ ਕੇ ਹਉਮੈ ਦਾ ਰੋਗ ਹੀ ਹੈ। ਇਹ ਹਉਮੈ ਦਾ ਰੋਗ ਛੱਡਣਾ, ਇਹ ਮੈਂ ਛੱਡਣੀ ਹੈ ਕਿ ਜੋ ਮੈਂ ਕਹਿ ਰਿਹਾ ਉਹੀ ਨਹੀਂ, ਜੋ ਗੁਰੂ ਕਹਿ ਰਿਹਾ। ਭਗਤੀ ਅੱਗੇ ਪੜ੍ਹੀ ਸੀਗੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਕਥਾ ਨਿਰਾਲੀ। ਗੁਰੂ ਜੋ ਕਹਿੰਦਾ ਉਹ ਕਰ ਲੈ, ਕਰੇਗਾ ਤੇ ਫਿਰ ਗੁਰੂ ਦਾ ਫਰਜ਼ ਹੈ, ਉਹਦਾ ਬਿਰਧ ਹੈ, ਉਹਨੇ ਆਪੇ ਹੀ ਇਸ ਰਸਤੇ ਪਾ ਦੇਣਾ ਹੈ। ਪਰ ਜੋ ਪੰਕਤੀ ਆਪਾਂ ਪੜ੍ਹ ਰਹੇ ਹਾਂ, ਜਿਸ ਤੇ ਆਧਾਰ ਬਣਾਇਆ ਹੈ ਕਿ ਹਉਮੈ ਦੀਰਘ ਰੋਗ ਹੈ ਦਾਰੂ ਪੀ ਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। अब गुरु दे शब्द की कमाई करनी पैनी है। ਜਦੋਂ ਬਖਸ਼ਿਸ਼ ਹੋ ਗਈ, ਜਦੋਂ ਕਿਰਪਾ ਹੋ ਗਈ, ਜਦੋਂ ਵਿਸ਼ਵਾਸ ਕਰ ਲਿਆ ਜੀ। ਹਾਂਜੀ, ਮੈਂ ਇਹ ਗੱਲ, ਹਾਂਜੀ ਆਪਣੀ ਮੈਂ ਇਹੀ ਗੱਲ ਕਰਨੀ ਸੀਗੀ ਵੀ ਸਾਡੇ ਜਿਹੜੇ ਜ਼ਿੰਦਗੀ ਦਾ ਮਕਸਦ ਮੈਂ ਤੋਂ ਤੂੰ ਤੱਕ ਦੇ ਰਸਤੇ ਤੇ ਤੁਰਨ ਦਾ ਹੈ। ਜਦੋਂ ਤੂੰ ਦੀ ਗੱਲ ਕਰਾਂਗੇ, ਫਿਰ ਉਹ ਤੂੰ ਵਾਲੀਆਂ ਸਾਰੀਆਂ ਖੁਸ਼ੀਆਂ ਸਾਡੀ ਝੋਲੀ ਵਿੱਚ ਪੈ ਜਾਣਗੀਆਂ। ਜਦੋਂ ਮੈਂ ਤੱਕ ਸੀਮਤ ਰਵਾਂਗੇ, ਫਿਰ ਅਸੀਂ ਆਪਣੀਆਂ ਅਕਲਾਂ ਦੇ ਨਾਲ ਜੋ ਕੀਤੇ ਹੋਏ ਕਰਨ, ਜੋ ਕਰਦੇ ਹਾਂ ਅਸੀਂ, ਉੱਥੋਂ ਤੱਕ ਸੀਮਤ ਹੋ ਕੇ ਖੁਆਰ ਹੁੰਦੇ ਰਵਾਂਗੇ। ਆਪਾਂ ਸਾਰੇ ਆਪਣੇ ਆਲੇ ਦੁਆਲੇ ਨਿਗਾਹ ਮਾਰ ਕੇ ਵੇਖ ਲਈਏ, ਹਉਮੈ ਵਿੱਚ ਫਸਿਆ ਹੋਇਆ ਮਨੁੱਖ ਸੁਖੀ ਨਹੀਂ ਹੁੰਦਾ, ਉਹਨੂੰ ਸ਼ਾਂਤੀ ਨਹੀਂ ਹੁੰਦੀ, ਉਹਦੀ ਜ਼ਿੰਦਗੀ ਦੇ ਵਿੱਚ ਠਹਿਰਾਓ ਨਹੀਂ ਹੁੰਦਾ, ਉਹਦੀ ਜ਼ਿੰਦਗੀ ਦੇ ਵਿੱਚ ਟਿਕਾਓ ਨਹੀਂ ਹੁੰਦਾ, ਸਹਿਜ ਨਹੀਂ ਹੁੰਦਾ। ਤੇ ਜਿਹੜਾ ਸਿੱਖ ਦਾ ਜੀਵਨ ਹੈ ਉਹ ਸਹਿਜ ਵਾਲਾ ਜੀਵਨ ਹੈ। ਸਿੱਖ ਦੇ ਜੀਵਨ 'ਚ ਕੋਈ ਦੁੱਖ ਆ ਜਾਏ ਤੇ ਉਹ ਰੋਂਦਾ ਨਹੀਂ, ਕੋਈ ਸੁੱਖ ਆ ਜਾਏ ਤੇ ਉਹ ਪੁੱਠੀਆਂ ਛਾਲਾਂ ਨਹੀਂ ਮਾਰਦਾ, ਉਹਨੂੰ ਵਾਹਿਗੁਰੂ ਦੀ ਰਜ਼ਾ ਮੰਨ ਕੇ ਚੱਲਦਾ ਹੈ। ਹੁਕਮ ਰਜ਼ਾਈ ਦੀ ਜਿਹੜੀ ਗੱਲ ਹੈ, ਉਹਦੇ 'ਤੇ ਵਿਸ਼ਵਾਸ ਕਰਕੇ ਉਹਦੇ ਉੱਤੇ ਆਪਣਾ ਜੀਵਨ ਢਾਲਦਾ ਹੈ, ਉਹਦੇ ਅਨੁਸਾਰ ਆਪਣਾ ਜੀਵਨ ਜਿਉਂਦਾ ਹੈ, ਤਾਂ ਹੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ। ਜਦੋਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ, ਫਿਰ ਉਹਨੂੰ ਸਮਝ ਆ ਜਾਂਦੀ ਹੈ ਕਿ ਇਹ ਜਿਹੜਾ ਸੰਸਾਰ ਹੈ, ਇਹ ਮੈਂ ਹੀ ਨਹੀਂ ਦਾਤਾਂ ਨਾਲ ਰਜਿਆ ਹੋਇਆ, ਮੈਨੂੰ ਹੀ ਨਹੀਂ ਸਿਰਫ ਦਿੱਤਾ ਗੁਰੂ ਨੇ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਇਹ ਅਰਦਾਸ ਦੇ ਵਿੱਚ ਉਹ ਜੁੜ ਜਾਂਦਾ। ਜਦੋਂ ਫਿਰ ਇਸ ਅਵਸਥਾ ਵਿੱਚ ਜੁੜਿਆ ਹੋਇਆ ਜਿਹੜਾ ਮਨੁੱਖ ਹੈ, ਉਹਦੇ ਉੱਤੇ ਹਉਮੈ ਦਾ, ਤ੍ਰਿਸ਼ਨਾ ਦਾ ਜਾਂ ਹੋਰ ਕਿਸੇ ਵਿਕਾਰਾਂ ਦਾ ਕੋਈ ਅਸਰ ਨਹੀਂ ਹੁੰਦਾ, ਕਿਉਂਕਿ ਉਹ ਗੁਰੂ ਦੀ ਕਿਰਪਾ ਦਾ ਪਾਤਰ ਬਣਿਆ ਰਹਿੰਦਾ ਹੈ। ਜੇ ਕਿਤੇ ਰਸਤੇ ਤੋਂ ਭਟਕਦਾ ਵੀ ਹੈ, ਗੁਰੂ ਕਿਰਪਾ ਕਰਕੇ ਉਹਨੂੰ ਵਾਪਸ ਆਪਣੇ ਰਸਤੇ ਉੱਤੇ ਲੈ ਆਉਂਦਾ ਹੈ। ਲੋੜ ਸਿਰਫ ਇੰਨੀ ਹੈ ਕਿ ਸਾਨੂੰ ਆਪਣੇ ਗੁਰੂ ਦੇ ਨੂੰ ਭੇਟ ਕਰਨਾ ਆ ਜਾਏ, ਸਮਰਪਣ ਕਰਨਾ ਆ ਜਾਏ, ਸੁਰੰਡਰ ਕਰਨਾ ਆ ਜਾਏ, ਆਪਣੇ ਗੁਰੂ ਤੇ ਵਿਸ਼ਵਾਸ ਤੇ ਭਰੋਸਾ ਤੇ ਸ਼ਰਧਾ ਜਿਹੜੀ ਹੈ ਉਹ ਬਣਾਉਣੀ ਆ ਜਾਏ।
ਸੋ ਗੱਲ ਇੱਥੇ ਮੁੱਕਦੀ ਹੈ ਸ਼ਰਧਾ ਦੇ ਉੱਤੇ, ਗੁਰੂ ਦੇ ਉੱਤੇ ਸ਼ਰਧਾ ਵਿਸ਼ਵਾਸ ਉਹ ਅਸੀਂ ਕਰਨਾ ਹੈ, ਅਤੇ ਉਹ ਅਸੀਂ ਕਰਕੇ ਰਸਤੇ ਤੁਰੇ ਹਾਂ। ਗੁਰੂ ਸਾਹਿਬ ਆਪਣੇ ਬਣਿਆਂ ਨੂੰ ਉਹ ਸਹੀ ਰਸਤੇ ਤੇ ਆਪ ਪਾਉਂਦੇ ਨੇ, ਉਹਨਾਂ ਦਾ ਬਿਰਧ ਹੈ। ਪਿਤਾ ਨੇ ਉਹ ਬੱਚੇ ਨੂੰ, ਜਿਹੜੇ ਮੇਲੇ ਦੀ ਗੱਲ ਕੀਤੀ ਭਾਈ ਸਾਹਿਬ ਨੇ, ਉਹ ਪਿਤਾ ਦਾ ਬਿਰਧ ਹੈ, ਪਿਤਾ ਦਾ ਫਰਜ਼ ਹੈ ਕਿ ਉਹ ਬੱਚੇ ਨੂੰ ਪਾ ਕਿੱਦਾਂ ਲਾਉਣਾ। ਬੱਚੇ ਨੇ ਸਿਰਫ ਉਂਗਲੀ ਫੜਨੀ ਹੈ, ਉਹਨੇ ਉਂਗਲੀ ਘੁੱਟ ਕੇ ਫੜੀ ਰੱਖਣੀ ਹੈ, ਬਾਹਰ ਨੂੰ ਲਿਜਾਣਾ ਕਿੱਦਾਂ ਲਿਜਾਣਾ ਉਹ ਪਿਤਾ ਦਾ ਫਰਜ਼ ਹੈ। ਸੋ ਇਹੀ ਉਹ ਸਿੱਖਦਾ ਕਿ ਗੁਰੂ ਦੇ ਲੜ ਲੱਗ ਕੇ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪੱਲਾ ਐਨ ਪੀੜਾ ਫੜ ਲੈਣਾ ਹੈ। ਕੋਈ ਹਵਾਵਾਂ ਬਣ ਕੋਈ ਕੁਝ ਕਵੇ ਨਹੀਂ, ਅਸੀਂ ਆਪਣੇ ਗੁਰੂ ਦੇ ਲੜ ਲੱਗੇ ਰਹਿ ਲੈਣਾ, ਤੇ ਜੋ ਗੁਰੂ ਨੇ ਸਿੱਖਿਆ ਸਾਨੂੰ ਦਿੱਤੀ ਉਹਦੇ ਉੱਤੇ ਚੱਲਾਂਗੇ ਤਾਂ ਹਉਮੈ ਦੇ ਰੋਗ ਵਰਗੇ ਅੱਜ ਕਿੰਨੇ ਵੱਡੇ ਰੋਗ ਆ ਜਾਣ, ਇਹ ਸਾਤੂ ਆਪ ਨਿਵਾਰ ਦਿੰਦਾ ਹੈ ਕਿਉਂਕਿ ਉਹਦਾ ਬਿਰਧ ਹੈ। ਤੇ ਅਖੀਰ ਦੇ ਵਿੱਚ ਭਾਈ ਸਾਹਿਬ ਮਿੰਟ 2-3 ਰਹਿ ਗਏ ਨੇ। ਅਖੀਰ ਦੇ ਮੇਰੇ ਖਿਆਲ ਸਮਾਂ ਸਮਾਪਤੀ ਹੋ ਗਿਆ ਜੀ ਹੁਣ ਤਾਂ। ਜਿਹੜੀ ਤੁਸੀਂ ਗੱਲ ਕਰਕੇ ਹਟੇ ਹੋ ਨਾ, ਉਹਦੇ ਲਈ ਆਸਾ ਦੀ ਵਾਰ ਦੀ ਪੰਕਤੀ ਮੇਰੇ ਧਿਆਨ ਚ ਆਉਂਦੀ ਹੈ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਏ। ਆਪਣੇ ਆਪ ਦੇ ਵਿੱਚ ਜਿੰਨਾ ਮਰਜ਼ੀ ਵੱਡਾ ਜਾਵੇ, ਪਰ ਹੋਣਾ ਉਹੀ ਹੈ ਜੋ ਵਾਹਿਗੁਰੂ ਪਰਮਾਤਮਾ ਨੂੰ ਭਾਉਂਦਾ ਹੈ। ਤੇ ਸਿੱਖ ਦਾ ਜੀਵਨ, ਸਿੱਖ ਦੇ ਜ਼ਿੰਦਗੀ ਦਾ ਤਾਂ ਆਧਾਰ ਇਹ ਹੈ ਕਿ ਉਹ ਆਪਣਾ ਆਪ ਗੁਰੂ ਨੂੰ ਸਮਰਪਣ ਕਰਦੇ, ਬਸ ਫਿਰ ਸਾਰੀਆਂ ਸਮੱਸਿਆਵਾਂ ਦਾ ਹੱਲ ਵੀ ਇਹਦੇ ਵਿੱਚ ਹੀ ਹੈ। ਤੇ ਹੋਰ ਜਿਹੜੇ ਰੋਗ ਨੇ, ਮਾਨਸਿਕ ਹੈ ਚਾਹੇ ਸਰੀਰਕ ਹੈ, ਉਹਨਾਂ ਤੋਂ ਵੀ ਛੁਟਕਾਰਾ ਹੋਇਆ ਜਾਂਦਾ ਹੈ। ਸਮਾਂ ਆਪਣਾ ਸਮਾਪਤ ਹੋ ਗਿਆ ਡਾਕਟਰ ਸਾਹਿਬ ਜੀ। ਠੀਕ ਹੈ ਜੀ, ਇੱਥੇ ਸਮਾਪਤੀ ਹੈ। ਕੋਈ ਵੀ ਰੋਗ ਹੋਵੇ, ਕੋਈ ਕੁਝ ਸਿੱਖ ਨੇ ਕੋਈ ਕੁਝ ਕੰਮ ਕਰਨ ਜਾਣਾ ਹੈ, ਕਿਸੇ ਮੁਹਿੰਮ ਤੇ ਜਾਣਾ, ਕੋਈ ਜਾਣਾ ਹੈ, ਗੁਰੂ ਅੱਗੇ ਅਰਦਾਸ ਕਰਕੇ ਗੁਰੂ ਨੂੰ ਸਮਰਪਿਤ ਹੋ ਕੇ ਜਾਓ। ਸਾਹਿਬ ਸੱਚੇ ਪਾਤਸ਼ਾਹ ਆਪ ਰੱਖਿਆ ਕਰਦੇ ਨੇ। ਅਤੇ ਇਹ ਹਉਮੈ ਦਾ ਰੋਗ ਜੋ ਪਿਛਲੇ ਹਫ਼ਤੇ ਵੀ ਪ੍ਰੋਗਰਾਮ ਕੀਤਾ ਸੀ ਵੀ ਕਿੱਥੋਂ ਪੁੱਜਦਾ ਕਿੱਦਾਂ, ਤੇ ਐਤਕੀ ਭਾਈ ਸਾਹਿਬ ਨੇ ਬੜੇ ਵਿਸਥਾਰ ਨਾਲ ਗੁਰਬਾਣੀ ਦੇ ਵਿੱਚੋਂ ਐਗਜ਼ੈਂਪਲਾਂ ਅਤੇ ਇਤਿਹਾਸ ਵਿੱਚੋਂ ਉਦਾਹਰਨਾਂ ਦੇ ਕੇ ਵੀ ਕਿੱਦਾਂ ਇਹ ਜਾਂਦਾ ਹੈ, ਇਹ ਕਿੱਦਾਂ ਦੂਰ ਹੋ ਜਾਂਦਾ ਹੈ, ਉਹ ਦਰਸਾਇਆ ਹੈ। ਸੋ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਤੇ ਆਪਾਂ ਇੱਥੇ ਹੀ ਫਤਿਹ ਬੁਲਾਉਂਦੇ ਹਾਂ। ਅਗਲੇ ਹਫ਼ਤੇ ਸਾਹਿਬ ਸੱਚੇ ਪਾਤਸ਼ਾਹ ਜਿੱਦਾਂ ਕਰਨਗੇ ਅਗਲੇ ਹਫ਼ਤੇ ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।